ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਰਵਿੰਦਰ ਸਿੰਘ ਜੀ ਅੱਜ ਇੱਕ ਵਾਰ ਫੇਰ ਇੱਕ ਨਵੀਂ ਚਰਚਾ ਦੇ ਨਾਲ ਤੁਹਾਡੇ ਰੂਬਰੂ ਹੋਏ ਹਾਂ। ਅਤੇ ਅੱਜ ਜਿਹੜੀ ਵਿਚਾਰ ਚਰਚਾ ਅਸੀਂ ਕਰਨ ਜਾ ਰਹੇ ਹਾਂ ਉਹ ਕਿਤੇ ਨਾ ਕਿਤੇ ਨੌਜਵਾਨ ਮੁੰਡੇ ਕੁੜੀਆਂ ਦੇ ਨਾਲ ਬਹੁਤ ਨੇੜੇ ਹੋ ਕੇ ਜੁੜੀ ਹੋਈ ਹੈ। ਦਿਮਾਗ 'ਚ ਇੱਕ ਪਹਿਲਾਂ ਤਾਂ ਪੁੱਠਾ ਸਿੱਧਾ ਖਾਈ ਜਾਣਗੇ। ਉਹ ਤੋਂ ਬਾਅਦ ਜਦੋਂ ਵਜ਼ਨ ਵਧਣ ਲੱਗਦਾ ਹੈ ਅਤੇ ਵਿਆਹ ਦੀ ਉਮਰ ਨੇੜੇ ਆਉਣ ਲੱਗਦੀ ਹੈ ਜਿਉਂ ਅਤੇ ਉਸ ਤੋਂ ਬਾਅਦ ਦਿਮਾਗ 'ਤੇ ਪੈਣ ਲੱਗ ਜਾਂਦਾ ਬੋਝ ਵੀ ਮੈਂ ਤਾਂ ਮੋਟਾ ਹੋ ਗਿਆ ਜਾਂ ਮੈਂ ਤਾਂ ਮੋਟੀ ਹੋ ਗਈ, ਅਤੇ ਫੇਰ ਕਰਨੀ ਸ਼ੁਰੂ ਕਰ ਦਿੰਦੇ ਨੇ ਡਾਈਟਿੰਗ ਕਿਸ ਹਿਸਾਬ ਨਾਲ ਭੁੱਖਾ ਰਹਿਣਾ, ਡਾਈਟਿੰਗ ਅਤੇ ਫਾਸਟਿੰਗ ਤਿੰਨਾਂ ਦੇ ਵਿੱਚ ਕੀ ਫਰਕ ਹੈ, ਕਿੱਦਾਂ ਇਹ ਬੋਡੀ ਦਾ ਇਲਾਜ ਕਰਦੀ ਹੈ ਅਤੇ ਕਿੱਦਾਂ ਇਹ ਬੋਡੀ ਨੂੰ ਪੰਗੇ ਪਾਉਂਦੀਆਂ, ਆਪਾਂ ਰਵਿੰਦਰ ਸਿੰਘ ਜੀ ਤੋਂ ਜਾਣਦੇ ਹਾਂ। ਰਵਿੰਦਰ ਜੀ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਹੈ। ਸ਼ੁਕਰੀਆ ਜੀ, ਥੈਂਕ ਯੂ। ਰਵਿੰਦਰ ਜੀ ਮੈਂ ਠੀਕ ਹਾਂ ਕਿ ਪਹਿਲਾਂ ਪੁੱਠਾ ਸਿੱਧਾ ਖਾਈ ਜਾਣਾ, ਉਹ ਤੋਂ ਬਾਅਦ ਡਾਈਟਿੰਗ 'ਤੇ ਆ ਜਾਣਾ, ਅਤੇ ਡਾਈਟਿੰਗ ਵੀ ਇਹੋ ਜਿਹੀ ਕਿ ਉਹ ਉਲਟਾ ਬਿਮਾਰ ਕਰ ਦਿੰਦੀ ਹੈ, ਕੀ ਮੈਂ ਠੀਕ ਹਾਂ? ਬਿਲਕੁਲ ਸਹੀ ਜੀ, 100%। ਡਾਈਟਿੰਗ ਇੱਕ ਸ਼ਾਰਟ ਟਰਮ ਕ੍ਰੈਸ਼ ਕਹਿੰਦੇ ਹਮੇਸ਼ਾ, ਕ੍ਰੈਸ਼ ਡਾਈਟ ਇੱਕ ਸ਼ਾਰਟ ਟਰਮ ਚੀਜ਼ ਕਰੀ ਇੱਕ ਕੁਇਕ ਰਿਜ਼ਲਟ ਲੈਣ ਲਈ। ਉਹਦਾ ਨੁਕਸਾਨ ਸੁਣੋ, ਜਦੋਂ ਤੁਸੀਂ ਵਾਪਸ ਗਏ ਉਹ ਬਾਊਂਸ ਬੈਕ ਵੀ ਐਸਾ ਕਰਦਾ ਕਿ 110 ਤੋਂ ਕਰਿਆ ਸੀ 90 'ਤੇ ਆਏ 115 'ਤੇ ਦੁਬਾਰਾ ਪਹੁੰਚ ਗਏ ਵਿਦਿਨ ਫਿਊ ਡੇਜ਼। ਮੇਰੇ ਕੋਲ ਇਹੋ ਜਿਹੇ ਕੇਸ ਨੇ ਜਿਹੜੇ ਹਰਬਾ ਲਾਈਫ ਨਾਲ ਇਹ ਕਰਦੇ ਨੇ। ਮੈਂ ਇੱਕ ਚੀਜ਼ ਬਹੁਤ ਪਿਆਰ ਨਾਲ ਸਮਝਾਉਣਾ ਲੋਕਾਂ ਨੂੰ, ਲਾਈਫ ਸਟਾਈਲ ਤੁਸੀਂ ਥੋੜ੍ਹੇ ਦਿਨ ਲਈ ਠੀਕ ਨਹੀਂ ਹੋਣਾ। ਤੁਸੀਂ ਡਾਇਬਟੀਜ਼ 15 ਦਿਨ ਲਈ ਠੀਕ ਨਹੀਂ ਕਰਨਾ ਚਾਹੁੰਦੇ, ਤੁਸੀਂ ਉਹਨੂੰ ਪੂਰੀ ਜ਼ਿੰਦਗੀ ਲਈ ਜੜ ਤੋਂ ਕੱਢਣਾ ਚਾਹੁੰਦੇ ਹੋ। ਐਵੇਂ ਓਬੈਸਿਟੀ ਅਗਰ ਤੁਸੀਂ ਡਾਈਟਿੰਗ ਵੇਟ ਲੋਸ ਲਈ ਕਰ ਰਹੇ ਹੋ ਉਹ ਥੋੜ੍ਹੀ ਦੇਰ ਲਈ ਨਹੀਂ, ਉਹਦਾ ਕੰਡਾ ਕੱਢ ਦੇਣਾ ਪੰਜਾਬੀ 'ਚ। ਤਾਂ ਡਾਈਟਿੰਗ ਵਰਡ ਗਲਤ ਯੂਜ਼ ਕਰਦੇ ਨੇ। ਡਾਈਟਿੰਗ ਦਾ ਮਤਲਬ ਕ੍ਰੈਸ਼ ਕਿ 1 ਮਹੀਨਾ, 1.5 ਮਹੀਨਾ, ਸਵਾ ਮਹੀਨਾ ਕਰਾਂਗੇ, ਕੋਈ 5-7 ਕਿਲੋ ਲੂਜ਼ ਕਰਾਂਗੇ, ਵਿਆਹ 'ਤੇ ਸੋਹਣੇ ਲੱਗੇ, ਉਹ ਤੋਂ ਬਾਅਦ ਉਸ ਤੋਂ ਵੀ ਉੱਪਰ ਚਲੇ ਗਏ। ਹੁਣ ਪ੍ਰੋਬਲਮ ਇੱਕ ਹੋਰ ਆ ਗਈ ਕਿਉਂਕਿ ਮੈਟਾਬੋਲਿਜ਼ਮ ਸਲੋ ਕਰ ਲਿਆ ਗਲਤ ਡਾਈਟ ਕਰਕੇ। ਹੁਣ ਉਹ ਦੁਬਾਰਾ ਗਿਰਦਾ ਵੀ ਨਹੀਂ। ਹੁਣ ਬੜੇ ਕਲਾਇੰਟ ਆਉਂਦੇ ਨੇ ਮੇਰੇ ਕੋਲ ਕਹਿਣਗੇ 2 ਵਾਰੀ ਡਾਈਟ ਕਰਕੇ ਵੇਟ ਘਟਾਇਆ, ਹੁਣ ਘਟਦਾ ਹੀ ਨਹੀਂ। ਮੈਂ ਕਿਹਾ ਹਾਂਜੀ, ਤੁਸੀਂ ਖਰਾਬ ਕਰ ਲਿਆ ਸਿਸਟਮ, ਤੁਹਾਨੇ ਆਪਣਾ ਸਿਸਟਮ ਡਾਈਟ ਕਰਕੇ। ਤਾਂ ਪਹਿਲਾਂ ਜਿਹੜੀ ਚੀਜ਼ ਆਪਾਂ ਡਿਸਕਸ ਕਰਾਂ ਡਾਈਟ, ਉਹ ਹੈ ਕ੍ਰੈਸ਼। ਉਹ ਇੱਕਦਮ ਰੈਡੀਕਲ ਚੇਂਜ ਕਰਨੇ, 1 ਲੱਖ ਤੱਕ ਖਾਸਾ ਬੜਾ ਚੇਂਜ ਕਰਤਾ। ਹਾਂ ਕਰ ਲਿਆ, ਅੱਛੀ ਗੱਲ ਹੈ, ਉਹਨੂੰ ਲਾਈਫ ਸਟਾਈਲ ਬਣਾ ਸਕਦੇ ਹੋ। ਅਗਰ ਤੁਸੀਂ ਉਹਨੂੰ ਲਾਈਫ ਸਟਾਈਲ ਨਹੀਂ ਬਣਾ ਸਕਦੇ ਉਹ ਚੀਜ਼ ਨਹੀਂ ਕਰਨੀ। ਮੈਂ ਡੱਬਿਆਂ 'ਚੋਂ ਖਾਣਾ ਪੂਰੀ ਜ਼ਿੰਦਗੀ ਨਹੀਂ ਖਾ ਸਕਦਾ, ਮੈਂ ਉਹਨੂੰ ਲਾਈਫ ਸਟਾਈਲ ਨਹੀਂ ਬਣਾ ਸਕਦਾ। ਉਹ ਮੈਨੂੰ ਪਿੰਚ ਕਰਨ ਲੱਗ ਜਾਂਦਾ, ਉਹ ਮੈਨੂੰ ਦੁੱਖ ਲੱਗਦਾ ਕਿ ਯਾਰ ਇੰਨਾ ਮਹਿੰਗਾ, ਮੈਂ ਉਹਨੂੰ ਲਾਈਫ ਸਟਾਈਲ ਨਹੀਂ। ਤਾਂ ਮੈਂ ਹੋਮ ਫੂਡ ਬੇਸਡ ਕਹੂੰਗਾ ਉਹ ਡਾਈਟ, ਉਹ ਲਾਈਫ ਸਟਾਈਲ ਆ, ਉਹ ਡਾਈਟ ਨਹੀਂ ਹੈ। ਉਹ ਖਾ ਸਕਦੇ ਹੋ ਡਾਈਟ, ਉਹਦਾ ਡਾਈਟ ਨਹੀਂ। ਮੇਰਾ ਸਵਾਲ ਮੈਂ ਫੇਰ ਦੁਹਰਾਉਣਾ, ਡਾਈਟਿੰਗ, ਫਾਸਟਿੰਗ ਅਤੇ ਸਟਾਰਵੇਸ਼ਨ ਤਿੰਨ ਚੀਜ਼ਾਂ ਦੇ ਵਿੱਚ ਫਰਕ ਕੀ ਹੈ? ਅੱਛਾ ਹੁਣ ਆ ਗਿਆ ਡਾਈਟ ਤਾਂ ਆਪਾਂ ਕਵਰ ਕਰ ਲਈ, ਹੁਣ ਆ ਗਈ ਸਟਾਰਵੇਸ਼ਨ। ਤੁਹਾਨੂੰ ਲੱਗੀ ਭੁੱਖ, ਤੁਸੀਂ ਖਾਣਾ ਨਹੀਂ ਖਾਇਆ, ਪੰਜਾਬੀ 'ਚ ਇੰਗਲਿਸ਼ ਵਰਡ ਹੈ ਕ੍ਰੈਂਪਸ ਪੈ ਰਹੇ ਨੇ, ਹੈ ਨਾ, ਕੁਰ ਕਰ ਰਿਹਾ ਢਿੱਡ, ਬਲੱਡ ਸ਼ੂਗਰ ਲੋ ਹੋ ਗਈ, ਐਂ ਲੱਗ ਰਿਹਾ ਗਿਰ ਜੂ, ਮਗਰ ਫਿਰ ਵੀ ਖਾਣਾ ਨਹੀਂ ਖਾਣਾ। ਹੁਣ ਇਹ ਸਰੀਰ ਦੇ ਉੱਪਰ ਇੱਕ ਅਤਿਆਚਾਰ ਹੈ, ਇਹਨੂੰ ਅਸੀਂ ਕਹਿੰਦੇ ਹਾਂ ਸਟਾਰਵੇਸ਼ਨ, ਕਿ ਬਹੁਤ ਬੁਰੀ ਤਰ੍ਹਾਂ ਭੁੱਖ ਲੱਗੀ ਹੋਈ ਹੈ, ਖਾਣਾ ਨਹੀਂ ਖਾਣਾ। ਫਾਸਟਿੰਗ ਇੱਕ ਟੋਟਲੀ ਡਿਫਰੈਂਟ ਵਰਡ ਹੈ, ਜਿਸ ਤੁਹਾਡੀ ਭੁੱਖ ਮਰ ਗਈ, ਤੁਹਾਡੇ ਸਾਹਮਣੇ ਖਾਣਾ ਪਿਆ ਮਗਰ ਤੁਹਾਡਾ ਦਿਲ ਨਹੀਂ ਹੈ। ਇਹ ਕੰਡੀਸ਼ਨ ਅਤੇ ਦੂਜੀ ਕੰਡੀਸ਼ਨ ਸਟਾਰਵੇਸ਼ਨ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਡਾਈਟਿੰਗ ਸਟਾਰਵੇਸ਼ਨ ਨਾਲ ਹੁੰਦੀ ਹੈ, ਫਾਸਟਿੰਗ ਇੱਕ ਹੋਰ ਕੰਡੀਸ਼ਨ। ਦੇਖੋ ਫਾਸਟਿੰਗ ਦਾ ਮਤਲਬ ਸਮਝੋ, ਆਪਣੀ ਬੋਡੀ 'ਚ ਬਲੱਡ ਸ਼ੂਗਰ ਹੈ, ਉਹਦਾ ਖਾਣਾ ਉਹ 80 ਤੋਂ 100 ਵਿੱਚ ਹੋਣੀ ਚਾਹੀਦੀ ਹੈ। ਸਟਾਰਵੇਸ਼ਨ 'ਚ ਬਲੱਡ ਸ਼ੂਗਰ 70, 65, 60 ਇਸ ਤੋਂ ਨੀਚੇ ਵੀ ਜਾ ਸਕਦੀ ਹੈ, ਬੰਦਾ ਚੱਕਰ ਖਾ ਕੇ ਗਿਰ ਜਾਂਦਾ ਹੈ, ਬੰਦੇ ਦੀ ਮੌਤ ਵੀ ਹੋ ਸਕਦੀ, ਕੋਮਾ ਚਲਾ ਜਾ ਸਕਦਾ, ਮੌਤ ਵੀ ਹੋ ਸਕਦੀ ਹੈ, ਮਗਰ ਉਹ ਬਹੁਤ ਐਕਸਟਰੀਮ ਕੰਡੀਸ਼ਨ ਹੋਏਗੀ। ਉਸ ਤੋਂ ਪਹਿਲਾਂ ਘਰ ਦੇ ਚੱਕ ਕੇ ਲੈ ਜਾ ਕੇ ਉਹਨੂੰ ਗਲੂਕੋਸ ਲਵਾ ਦੇਣਗੇ, ਜਿਹੜਾ ਕਿ ਐਕਚੁਅਲ 'ਚ ਬਿਲਕੁਲ ਗਲਤ ਹੋ ਜਾਏਗਾ। ਫਾਸਟਿੰਗ ਇੱਕ ਇਹੋ ਜਿਹੀ ਸਟੇਜ ਹੈ ਜਿਸ ਤੁਹਾਨੂੰ ਭੁੱਖ ਮਰ ਜਾਂਦੀ ਹੈ, ਮਗਰ ਬੋਡੀ ਇੰਨੀ ਸੋਹਣੀ, ਲਿਵਰ ਨਾ ਆਪਣੀ ਸ਼ੂਗਰ ਆਪ ਬਣਾਉਂਦਾ ਗਲਾਈਕੋਜਨ ਦੇ ਨਾਮ 'ਤੇ, ਉਹ ਤੁਹਾਡੀ ਬਲੱਡ ਸ਼ੂਗਰ ਗਿਰਨ ਨਹੀਂ ਦਿੰਦਾ। ਬੋਡੀ ਸ਼ੂਗਰ ਜਾਏਗੀ 70, 72, ਉੱਥੇ ਸਟਕ ਹੋ ਜਾਏਗੀ ਜੀ। ਅਸੀਂ ਕੇਸ ਆਫਟਰ ਕੇਸ ਕਰਾਉਂਦਾ ਜੀ, ਮੈਂ 24 ਘੰਟੇ ਦੀ ਫਾਸਟਿੰਗ ਕਰਨ ਲਾ ਦਿੰਦਾ ਲੋਕਾਂ ਨੂੰ, ਬਲੱਡ ਸ਼ੂਗਰ ਨਹੀਂ ਗਿਰਦੀ, ਚੱਕਰ ਨਹੀਂ ਆਉਂਦੇ, ਸਿਰ ਹਲਕਾ ਨਹੀਂ ਹੁੰਦਾ। ਇਹ ਸਾਰੇ ਸਾਈਨ ਨੇ ਜਿੱਥੇ ਸਟਾਰਵੇਸ਼ਨ ਜਿਹੜੀ ਡਾਈਟਿੰਗ ਕਰਾਉਂਦੀ ਹੈ। ਫਾਸਟਿੰਗ 'ਚ ਬੰਦੇ ਦੀ ਭੁੱਖ ਮਰ ਜਾਂਦੀ ਹੈ, ਉਹਦੇ ਪਿੱਛੇ ਕਾਰਨ ਹੈ ਜੀ। ਫਾਸਟਿੰਗ 'ਚ ਬੋਡੀ ਆਪਣਾ ਫੂਡ ਆਪ ਖਾਂਦੀ ਹੈ। ਦੇਖੋ ਬੋਡੀ ਨੂੰ ਚੱਲਣ ਲਈ ਫਿਊਲ ਚਾਹੀਦਾ। ਹੁਣ ਤੁਸੀਂ ਕੀ ਕਰੇ, ਕਾਰ ਲਈ ਨਾ ਡੀਜ਼ਲ ਪਾਇਆ ਨਾ ਪੈਟਰੋਲ ਪਾਇਆ, ਚਲੋ ਅਗਰ ਚਲੋ ਡੀਜ਼ਲ ਕਾਰ 'ਚ ਮਿੱਟੀ ਦਾ ਤੇਲ ਵੀ ਚੱਲ ਜਾਏਗਾ, ਕੁਛ ਵੀ ਨਹੀਂ ਪਾਇਆ, ਪ੍ਰੋਬਲਮ ਆ ਗਈ, ਉਹ ਤਾਂ ਖੜ ਜਾਏਗੀ। ਐਵੇਂ ਸਰੀਰ ਦੀ ਇੱਕ ਗਲੂਕੋਸ ਇੱਕ ਉਹਦਾ ਇੱਕ ਸਪੋਰਟ ਹੈ ਜਿਹਦੇ ਸਿਰ 'ਤੇ ਆਪਣਾ ਬ੍ਰੇਨ ਅਤੇ ਮਸਲ ਕੰਮ ਕਰਦਾ। ਜਦੋਂ ਤੁਸੀਂ ਸਟਾਰਵੇਸ਼ਨ 'ਚ ਆ ਗਏ ਤਾਂ ਤੁਸੀਂ ਖਿਜੋਗੇ, ਖਾਣ ਨੂੰ ਪਾਓਗੇ, ਤੁਹਾਡੇ ਇਮੋਸ਼ਨ ਬਹੁਤ ਜ਼ਿਆਦਾ ਅਪ ਡਾਊਨ ਹੋਣਗੇ, ਤੁਹਾਨੂੰ ਐਂ ਲੱਗੂਗਾ ਦਿਨ 'ਚ ਵੀ ਸੋ ਜਾਓ, ਤੁਸੀਂ ਖੜੇ ਹੋਵੋਗੇ, ਤੁਹਾਨੂੰ ਚੱਕਰ ਆਏਗਾ। ਇਹ ਸਟਾਰਵੇਸ਼ਨ ਨਾਲ ਜਿਹੜੀ ਕਰੀ ਹੋਈ ਫਾਸਟਿੰਗ ਹੈ, ਉਹਨੂੰ ਫਾਸਟਿੰਗ ਕਹਿ ਨਹੀਂ ਸਕਦੇ, ਸਟਾਰਵੇਸ਼ਨ ਹੈ ਡਾਈਟ ਨਾਲ। ਜਿੱਥੇ ਕਰੀ ਫਾਸਟਿੰਗ, ਮੂਡ 200 ਗੁਣਾ ਬੈਟਰ, एनर्जी लेवल दुगनी,
ਕੋਈ ਚੱਕਰ ਨਹੀਂ, ਕੋਈ ਭੁੱਖ ਨਹੀਂ। ਫਾਸਟਿੰਗ ਉਹਨੂੰ ਕਰਨ ਦਾ ਇੱਕ ਤਰੀਕਾ ਹੈ। 6 ਤੋਂ 7 ਦਿਨ ਤੁਹਾਡੀ ਬੋਡੀ ਨੂੰ ਅਡੈਪਟ ਕਰਨ ਨੂੰ ਲੱਗਦੇ ਨੇ ਫਾਸਟਿੰਗ ਦੀ। ਜਿੱਥੇ ਤੁਸੀਂ ਕਰ ਲਈ ਕਰੈਸ਼ ਡਾਈਟ, ਜਿਵੇਂ ਚੰਗਾ ਭਲਾ ਅੱਜ ਖਾਣਾ ਖਾਇਆ, ਕੱਲ੍ਹ ਨੂੰ ਕਹਿ ਨਾ ਜੀ ਮੈਂ ਤਾਂ ਕੁਛ ਖਾਣਾ ਹੀ ਨਹੀਂ, ਦੁਪਹਿਰ ਤੱਕ ਦੇਖਿਓ ਜੀ ਤੁਸੀਂ ਯਾਦ ਕਰੋ ਬਚਪਨ 'ਚ ਜਦ ਮੰਮੀ ਵਰਤ ਰੱਖਦੀ ਹੁੰਦੀ ਸੀ, ਆਪਾਂ ਕਹਿੰਦੇ ਸੀ ਅੱਜ ਮੰਮੀ ਨੇ ਪੰਗਾ ਲੈਣਾ, ਮੰਮੀ ਅੱਜ ਖਾ ਜੂਗੀ, ਲਿਟਰਲੀ ਕੁਛ ਖਾਇਆ ਨਹੀਂ, ਮੰਮੀ ਕੁਛ ਖਾਊਗੀ, ਤੁਹਾਨੂੰ ਖਾ ਸਕਦੀ ਹੈ ਫਿਰ ਮੰਮੀ। ਤਾਂ ਫਾਸਟਿੰਗ ਮਿਰੇਕਲ ਹੈ ਜੀ, ਮਗਰ ਸਹੀ ਤਰੀਕੇ ਨਾਲ ਕਰਨੀ ਨਹੀਂ ਆਉਂਦੀ ਲੋਕਾਂ ਨੂੰ। ਉਹ ਕਰਦੇ ਨੇ ਸਟਾਰਵੇਸ਼ਨ। ਸਟਾਰਵੇਸ਼ਨ ਬੰਦਾ 2-4 ਦਿਨ ਕਰਦਾ, ਕਹਿੰਦਾ ਜੀ ਸਤਿ ਸ਼੍ਰੀ ਅਕਾਲ, ਆਪਣੇ ਤੋਂ ਨਹੀਂ ਹੁੰਦੀ। ਫਾਸਟਿੰਗ ਇੱਕ ਜੀਣ ਦਾ ਤਰੀਕਾ ਹੈ। ਦੇਖੋ ਹਰ ਇੱਕ ਵੱਡਾ ਰਿਲੀਜਨ ਨਾ, ਹੁਣ ਉਹ ਕਹਿੰਦੇ ਨੇ ਅਸੀਂ ਵਰਤ ਰੱਖਦੇ ਹਾਂ, ਐਕਚੁਅਲ 'ਚ ਵਰਤ ਨਹੀਂ ਸੀ, ਉਹ ਟੈਕਨੀਕਲ ਚੀਜ਼ ਸੀ, ਉਹ ਇੱਕ ਤਰੀਕਾ ਸੀ, ਇੱਕ ਡੀਟੌਕਸਿੰਗ ਦਾ ਤਰੀਕਾ ਸੀ। ਹਾਂਜੀ, ਜੇ ਤੁਸੀਂ ਸਰੀਰ ਨੂੰ ਤੰਗ ਕਰਿਆ, ਆਪਾਂ ਫੋਨ ਨੂੰ ਨਾ ਸਵਿਚ ਆਫ ਕਰ ਦਿੰਦੇ ਹਾਂ ਕਈ ਵਾਰੀ, ਉਹਨੂੰ ਸਾਇਲੈਂਟ ਮੋਡ 'ਤੇ ਸਵਿਚ ਆਫ ਕਰ ਦਿੰਦੇ ਹਾਂ, ਕਹਿੰਦੇ ਰੀਸੈਟ ਹੈ। ਐਵੇਂ ਸਰੀਰ ਦਾ ਇੱਕ ਰੀਸੈਟ ਹੈ, ਉਹ ਫਾਸਟਿੰਗ ਹੈ, ਮਗਰ ਇੱਕ ਤਰੀਕੇ ਨਾਲ ਕਰੀ ਹੋਈ ਫਾਸਟਿੰਗ। ਉਸ ਦੇ ਵਿੱਚ ਪਹਿਲਾਂ ਬੋਡੀ ਨੂੰ ਗਿਝਾਉਂਦੇ ਹੋ, ਫਿਰ ਉਹ ਜਦ ਗਿੱਝ ਜਾਂਦੀ ਹੈ ਉਸ ਲੈਵਲ 'ਤੇ ਆਉਂਦੀ ਹੈ, ਫਿਰ ਉਹਨੂੰ ਫਾਸਟਿੰਗ ਕਰਾਉਂਦੇ ਹਾਂ। 3 ਦਿਨ ਲੱਗਦੇ ਆਪਣੀ ਆਂਤੜ ਨੂੰ ਸਾਰਾ ਪੁਰਾਣਾ ਫੂਡ ਪ੍ਰੋਸੈਸ ਕਰਨ 'ਚ। ਤਾਂ ਤੁਸੀਂ ਕਹਿੰਦੇ ਮੈਂ ਤਾਂ 1 ਦਿਨ ਦੀ ਫਾਸਟਿੰਗ ਕਰਕੇ ਠੀਕ ਹੋ ਗਿਆ, ਨਹੀਂ, ਫਾਸਟਿੰਗ ਬਹੁਤ ਲੰਬੀ ਹੁੰਦੀ ਹੈ। ਮਗਰ ਪੌੜੀ ਕਰਕੇ ਆਪਾਂ ਕਿਤੇ ਜਾਂਦੇ ਹਾਂ, ਆਪਾਂ ਪਹਿਲੇ ਦਿਨ 12ਵੀਂ ਪੌੜੀ 'ਤੇ ਪੈਰ ਨਹੀਂ ਰੱਖਦੇ। ਸਾਡੇ ਉਸ 'ਚ ਅਸੀਂ 3 ਦਿਨ ਤੋਂ 5 ਦਿਨ ਦੀ ਫਾਸਟਿੰਗ ਕਰੀ ਹੋਈ ਜੀ ਮੈਨੇ, ਬੜੇ ਆਰਾਮ ਨਾਲ ਹੁੰਦੀ ਹੈ, ਕੁਛ ਪਤਾ ਵੀ ਨਹੀਂ ਲੱਗਦਾ। ਸਟਾਰਵੇਸ਼ਨ ਨਹੀਂ, ਸਟਾਰਵੇਸ਼ਨ ਤੁਸੀਂ ਆਪਣੇ ਆਪ ਨਾਲ ਖਿਲਵਾੜ ਹੈ, ਫਿਰ ਉਹਦੇ ਪ੍ਰੋਬਲਮ ਆਏਗੀ। ਫਾਸਟਿੰਗ ਦੇ ਵਿੱਚ ਤੁਹਾਡਾ ਮੈਟਾਬੋਲਿਜ਼ਮ 300 ਗੁਣਾ ਬੂਸਟ ਹੁੰਦਾ, ਸਟਾਰਵੇਸ਼ਨ 'ਚ ਤੁਹਾਡਾ ਮੈਟਾਬੋਲਿਜ਼ਮ 2 ਗੁਣਾ ਹੌਲੀ ਹੋ ਜਾਂਦਾ ਹੈ। ਤਾਂ ਹੀ ਫਾਸਟਿੰਗ ਜਦ ਲੋਕ ਕਰਦੇ ਆ, ਉਹ ਵੇਟ ਲਾਸ ਕਰਕੇ ਉਹਨੂੰ ਮੇਨਟੇਨ ਵੀ ਕਰ ਪਾਉਂਦੇ ਆ। ਜਦੋਂ ਕੋਈ ਸਟਾਰਵੇਸ਼ਨ ਕਰਦਾ, ਉਹਦਾ ਵੇਟ ਹੋਰ ਵੱਧ ਜਾਂਦਾ। ਇਹ ਬੋਡੀ ਸਿਆਣੀ ਹੈ ਜੀ ਬਹੁਤ, ਇਹਨੂੰ ਪਤਾ ਹੈ ਜਦ ਵੀ ਕੋਈ ਸਟ੍ਰੈਸ ਆਉਂਦਾ ਬੋਡੀ ਮੋਟੀ ਹੋ ਜਾਂਦੀ ਹੈ, ਕਿਉਂਕਿ ਸਟ੍ਰੈਸ ਇੱਕ ਬਚਣ ਦਾ ਤਰੀਕਾ ਹੈ, ਫੈਟ ਲੇਅਰ ਹੈ ਨਾ, ਇੱਕ ਪ੍ਰੋਟੈਕਸ਼ਨ ਲੇਅਰ ਹੈ। ਤਾਂ ਫਾਸਟਿੰਗ ਅਤੇ ਸਟਾਰਵੇਸ਼ਨ ਬਹੁਤ ਦੂਰ ਨੇ ਆਪਸ 'ਚ। ਉਸ 'ਚ ਭੁੱਖਾ ਮਰ ਰਹੇ ਹੋ, ਇਸ 'ਚ ਭੁੱਖ ਮਰ ਗਈ। ਬਹੁਤ ਸਿੰਪਲ ਜਿਹਾ ਡਿਫਰੈਂਸ, ਮਗਰ ਬਹੁਤ ਬੜਾ ਡਿਫਰੈਂਸ ਹੈ। ਤਾਂ ਅਸੀਂ ਲੋਕਾਂ ਨੂੰ ਸਟਾਰਵੇਸ਼ਨ 'ਚ ਨਹੀਂ ਬਿਲੀਵ ਕਰਦੇ। ਜਦੋਂ ਭੁੱਖ ਲੱਗੀ ਖਾਣਾ ਖਾਣਾ, ਮਗਰ ਜੇ ਭੁੱਖ ਨਹੀਂ ਲੱਗੀ ਫਿਰ ਖਾਣਾ ਨਹੀਂ ਵੀ ਖਾਣਾ, ਉਹ ਫਾਸਟਿੰਗ ਹੈ। ਤਾਂ ਇਹਦਾ ਇੱਕ ਬੜਾ ਸਿੰਪਲ ਜਿਹਾ ਬੜਾ ਹੀ ਸਰਲ ਤਰੀਕਾ ਹੈ ਫਾਸਟਿੰਗ ਕਰਨ ਦਾ, ਉਹ ਬੋਡੀ ਨੂੰ ਗਿਝਾਉਣਾ ਪੈਂਦਾ। ਹੁਣ ਆਈਏ ਆਪਾਂ ਕਿ ਭੁੱਖਾ ਵੀ ਨਹੀਂ ਰਹਿਣਾ ਅਤੇ ਡਾਈਟਿੰਗ ਵੀ ਨਹੀਂ ਕਰਨੀ। ਫਾਸਟਿੰਗ ਕਿਵੇਂ ਕਰਨੀ ਹੈ, ਕਿੰਨੀ ਦੇਰ ਦੀ ਫਾਸਟਿੰਗ ਹੋਣੀ ਚਾਹੀਦੀ ਹੈ, ਫਾਸਟਿੰਗ ਦੇ ਨਿਯਮ ਕੀ ਨੇ, ਕਿ ਕੋਈ ਬਿਮਾਰੀਆਂ ਦੇ ਵਿੱਚ ਵੀ ਕੁਝ ਪਰਟੀਕੂਲਰ ਫਾਸਟਿੰਗ ਹੈਗੀ ਹੈ? ਕਿਉਂਕਿ ਕੈਂਸਰ ਦੇ ਵਿੱਚ ਮਤਲਬ ਇੱਕ ਨੋਬਲ ਪੁਰਸਕਾਰ ਮਿਲਿਆ ਸੀ 2016 ਦਾ, ਉਹ ਫਾਸਟਿੰਗ ਕਿਲਸ ਕੈਂਸਰ। ਤਾਂ ਮਤਲਬ ਇੱਕ ਬਿਮਾਰੀ ਦਾ ਪਰਟੀਕੂਲਰ ਨਾਮ ਆ ਗਿਆ ਕਿ ਕੁਝ ਬਿਮਾਰੀਆਂ ਦੇ ਵਿੱਚ ਵੀ ਪਰਟੀਕੂਲਰ ਤਰੀਕੇ ਦੇ ਨਾਲ ਫਾਸਟਿੰਗ ਕੀਤੀ ਜਾ ਸਕਦੀ ਹੈ ਤਾਂ ਕਿ ਉਹ ਬਿਮਾਰੀਆਂ ਜਿਹੜੀਆਂ ਜਲਦੀ ਰਿਕਵਰ ਹੋ ਜਾਣ। ਸਰ ਪਹਿਲੀ ਗੱਲ ਕਰੂੰਗਾ, ਜਦ ਵੀ ਕੋਈ ਲੜਾਈ ਜਿੱਤਣੀ ਹੋਏ ਨਾ, ਤੁਹਾਨੂੰ ਦੁਸ਼ਮਣ ਦਾ ਐਗਜ਼ੈਕਟ ਨਾਮ, ਉਹਦੀ ਜਗ੍ਹਾ ਕਿੱਥੇ, ਇਸ ਵਕਤ ਕਿੱਥੇ ਹੈ, ਪਤਾ ਹੋਣਾ ਚਾਹੀਦਾ ਕਿ ਨਹੀਂ। ਅਗਰ ਲੜਾਈ ਜਿੱਤਣੀ ਸਰੀਰ ਦੀ, ਇਹਦਾ ਨੰਬਰ 1 ਦੁਸ਼ਮਣ ਸਮਝਣਾ ਪੈਣਾ। ਇਹਦਾ ਨੰਬਰ 1 ਦੁਸ਼ਮਣ ਹੈ ਇਨਸੂਲਿਨ। ਕੈਂਸਰ ਸੈੱਲ ਇਨਸੂਲਿਨ 'ਤੇ ਸਰਵਾਈਵ ਕਰਦਾ ਹੈ, ਨਜ਼ਲਾ ਇਨਸੂਲਿਨ 'ਤੇ ਸਰਵਾਈਵ ਕਰਦਾ ਹੈ, PCOD ਇਨਸੂਲਿਨ ਕਰਕੇ ਹੁੰਦਾ ਹੈ, ਸ਼ੂਗਰ ਇਨਸੂਲਿਨ ਕਰਕੇ ਹੁੰਦੀ ਹੈ, ਫੈਟੀ ਲਿਵਰ ਇਨਸੂਲਿਨ ਕਰਕੇ ਹੁੰਦਾ। ਇਹਨੂੰ ਪ੍ਰੋਬਲਮ ਕਹਿੰਦੇ ਇਨਸੂਲਿਨ ਰੈਜ਼ਿਸਟੈਂਸ। ਹੁਣ ਅਸੀਂ ਪਹਿਲੇ ਨੰਬਰ 'ਤੇ ਇਹ ਗੱਲ ਅਗਰ ਤੁਸੀਂ ਕੋਈ ਸਮਝ ਗਿਆ, ਅੱਧੀ ਬੈਟਲ ਜਿੱਤ ਗਏ। ਹੁਣ ਤੁਹਾਨੂੰ ਇਹ ਤਾਂ ਪਤਾ ਗੋਲੀ ਕਿਹੜੇ ਪਾਸੇ ਚਲਾਉਣੀ ਹੈ, ਆਪਣੇ ਬੰਦਿਆਂ ਨੂੰ ਨਹੀਂ ਮਾਰੋਗੇ। ਇਨਸੂਲਿਨ ਸਭ ਤੋਂ ਬੜੀ ਪ੍ਰੋਬਲਮ ਹੈ। ਫਾਸਟਿੰਗ ਇਨਸੂਲਿਨ ਨੂੰ ਲੋ ਕਰਦੀ ਹੈ। ਜਿੱਥੇ ਇਨਸੂਲਿਨ ਲੋ ਹੋ ਗਈ, ਹੁਣ ਕੈਂਸਰ ਸੈੱਲ ਖਾਣ ਦੀ ਬੋਡੀ ਕੋਲ ਸ਼ਮਤਾ ਹੈ, ਮਗਰ ਉਹ ਲੜ ਕਿਛ ਹੋ ਰਹੀ ਸੀਗੀ। ਪਹਿਲੀ ਵਾਰੀ ਇਹਨੂੰ ਕਹਿੰਦੇ ਸਬਜ਼ੀਆਂ ਦਾ ਨਾ ਜੂਸ ਕੱਢਦੇ ਨੇ, ਜੂਸ ਫਾਸਟਿੰਗ ਹੁੰਦੀ ਹੈ ਕੈਂਸਰ 'ਚ। ਔਰਗੈਨਿਕ ਸਬਜ਼ੀਆਂ ਦਾ ਜੂਸ, ਫਰੂਟ ਦਾ ਨਹੀਂ, ਔਰਗੈਨਿਕ ਸਬਜ਼ੀਆਂ ਜੂਸ ਨਾਲ ਫਾਸਟਿੰਗ ਕਰਦੇ ਆ ਇੱਕ 3 ਤੋਂ 7 ਦਿਨ। ਸਰ ਡਾਕਟਰ ਹੈਰਾਨ ਹੋ ਜਾਂਦਾ, ਜਿਹੜੇ ਤੁਹਾਨੂੰ ਕੈਂਸਰ ਕਿਹਾ ਹੁੰਦਾ ਨਾ, ਉਹ 7ਵੇਂ ਦਿਨ ਕਹਿੰਦਾ ਤੁਹਾਨੂੰ ਕੈਂਸਰ ਕਿੱਥੇ ਗਿਆ। ਅਤੇ ਮਗਰ ਇੱਕ ਕੈਂਸਰ ਪੇਸ਼ੈਂਟ ਵਿਚਾਰਾ ਡਰਿਆ ਨਾ ਹੁੰਦਾ, ਉਹਦੀ ਫੈਮਿਲੀ ਇੰਨੀ ਡਰੀ ਹੁੰਦੀ, ਉਹਨਾਂ ਨੂੰ ਲੱਗਦਾ ਸਿਰਫ ਇੱਕੋ ਇਲਾਜ ਹੈ, ਕੀਮੋ। ਜਦ ਕਿ ਅੱਜ ਕੱਲ੍ਹ ਸਿਆਣੇ ਡਾਕਟਰ ਆਪ ਕਹਿਣ ਲੱਗੇ, ਜੇ ਤੁਸੀਂ ਮਾਤਾ ਜੀ ਨੂੰ 4 ਮਹੀਨੇ ਜਿੰਦੇ ਰੱਖਣਾ ਤਾਂ ਕੀਮੋ ਨਾ ਕਰਾਓ, ਜੇ ਹਫ਼ਤੇ 'ਚ ਮਾਰਨਾ ਕੀਮੋ ਕਰਾ ਲਓ। ਦੇਖ ਲਿਆ ਅਗਲੇ ਨੇ ਰਿਜ਼ਲਟ ਦੇਖ ਲਿਆ ਜੀ, ਉਹ 4-5 ਮਹੀਨੇ ਉਹਨੂੰ ਦੱਸੋ ਨਾ ਕੁਛ ਹੋਇਆ ਉਹਨਾਂ ਨੂੰ, ਉਹ ਬੰਦਾ ਸਰਵਾਈਵ ਕਰ ਜਾਂਦਾ। ਜਿੱਦਣ ਉਹਨੂੰ ਦੱਸਤਾ ਅਤੇ ਕੀਮੋ ਸ਼ੁਰੂ ਕਰਤੀ, ਬੰਦਾ ਸਟ੍ਰੈਸ ਨਾਲੇ ਮਰ ਜਾਂਦਾ। ਹੁਣ ਇਹ ਜੂਸ ਫਾਸਟਿੰਗ ਹੁੰਦੀ ਹੈ, ਮਗਰ ਫਰੂਟਸ ਤਾਂ ਨਹੀਂ, ਸਬਜ਼ੀਆਂ ਦਾ ਜੂਸ, ਕਿਉਂਕਿ ਇਹਨੂੰ ਬੋਡੀ ਨੂੰ ਪਚਾਉਣ ਲਈ ਇਨਸੂਲਿਨ ਨਹੀਂ ਬਣਾਉਣਾ ਪੈਂਦਾ। ਤਾਂ ਫਾਸਟਿੰਗ ਜਿੱਥੇ ਤੁਹਾਨੇ ਫਾਸਟਿੰਗ ਕਰੀ, ਤੁਹਾਡਾ ਇਨਸੂਲਿਨ ਲੋ ਆ ਗਿਆ, ਕੀ ਹੁਣ ਦੇਖੋ ਕੀ ਠੀਕ ਹੋ ਜਾਏਗਾ। ਡਾਇਬਟੀਜ਼ ਗਈ ਰਿਵਰਸਡ, PCOD ਰਿਵਰਸਡ, ਥਾਇਰਾਇਡ, ਹੁਣ ਥਾਇਰਾਇਡ ਨੂੰ ਖਰਾਬ ਕੌਣ ਕਰਦਾ, ਲਿਵਰ ਜਾਂ ਓਵਰੀਜ਼। ਥਾਇਰਾਇਡ ਆਪਣੇ ਆਪ 'ਚ ਪ੍ਰਾਇਮਰੀ ਗਲੈਂਡ ਨਹੀਂ ਹੈ, ਇਹਨੇ ਕਿਸੇ ਤੋਂ ਹਾਰਮੋਨ ਲੈ ਕੇ ਉਹਨੂੰ ਕਨਵਰਟ ਕਰਨਾ ਹੈ। ਉਹ ਦੋਨੋਂ ਗਲੈਂਡ ਕੌਣ ਖਰਾਬ ਕਰਦਾ, ਇਨਸੂਲਿਨ। ਤੁਸੀਂ ਫਾਸਟਿੰਗ ਕਰੀ, ਇਨਸੂਲਿਨ ਲੋ ਹੋ ਗਿਆ, ਚਲੋ ਜੀ ਥਾਇਰਾਇਡ ਚੱਲ ਪਿਆ, ਨਾਲ ਦੀ ਨਾਲ ਵੇਟ ਲਾਸ ਹੋਣ ਲੱਗ ਜਾਂਦਾ। ਮੇਰੇ ਕੋਲ ਕਲਾਇੰਟ ਆਫਟਰ ਕਲਾਇੰਟ ਹੈ ਜੀ, ਦਵਾਈ ਬੰਦ। ਥਾਇਰਾਇਡ ਦੀ ਦਵਾਈ ਬੰਦ ਕਰਾਉਣੀ ਸਭ ਤੋਂ ਔਖੀ ਹੈ, ਕਿਉਂਕਿ ਸਭ ਤੋਂ ਹੋਲੀ ਗਲੈਂਡ ਹੈ। ਅਤੇ ਹੋਰ ਆ ਗਿਆ ਆਪਣਾ ਜਿਹੜਾ ਕਿ ਮੇਨ ਸਟ੍ਰੈਸ ਗਲੈਂਡ ਐਡਰੀਨਲਸ।
ਇਹ ਚੱਲਦੇ ਹੀ ਇਨਸੂਲਿਨ ਦੇ ਸਿਰ 'ਤੇ ਨੇ। ਦੇਖੋ ਤੁਸੀਂ ਫਾਸਟਿੰਗ ਕਰੋਗੇ, ਜਦ ਸਹੀ ਫਾਸਟਿੰਗ ਕਰੋਗੇ ਤੁਹਾਡਾ ਮੂਡ ਬਹੁਤ ਸੋਹਣਾ ਹੋ ਜਾਂਦਾ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਵਾਹ ਜੀ ਵਾਹ, ਐਗਜ਼ਲਰੇਟਿਡ ਫੀਲ ਕਰਦੇ ਹੋ। ਇਹਦਾ ਮਤਲਬ ਹੈ ਤੁਹਾਡਾ ਐਡਰੀਨਲ ਹਾਰਮੋਨ ਬਿਲਕੁਲ ਲੋ ਹੋ ਗਿਆ। ਤਾਂ ਅਸੀਂ ਕੀ ਕਰਨਾ ਹੈ, ਅਸੀਂ ਤੁਹਾਨੂੰ ਜਦ ਫਾਸਟਿੰਗ ਸਿਖਾਉਂਦੇ ਹਾਂ, ਤੁਹਾਡੀ ਬੋਡੀ ਦੀ ਦਿੱਕਤਾਂ ਆਪਣੇ ਆਪ ਚਲੀ ਜਾਂਦੀਆਂ। ਹੁਣ ਇੱਕ ਤਰੀਕਾ ਦਾ ਇੱਕ ਪੈਟਰਨ ਹੈ। ਪਹਿਲੇ ਨੰਬਰ 'ਤੇ ਜਦ ਚੀਨੀ ਖਾਂਦੇ ਹੋ, ਚੀਨੀ ਦੀ ਨਾ ਐਵਰੇਜ ਹੈ। ਹੁਣ ਬੋਡੀ ਕੀ ਹੈ, ਗੱਡੀ ਹੈ, ਆਕਸੀਜਨ ਲਿਆ, ਕਾਰਬਨ ਡਾਈਆਕਸਾਈਡ ਨਿਕਲ ਗਿਆ, ਬਿਲਕੁਲ ਜਿਵੇਂ ਤੁਹਾਡਾ ਇੰਜਨ ਲੈਂਦਾ। ਅੰਦਰ ਕੀ ਹੋਇਆ ਸੀ, ਬਰਨਿੰਗ, ਤਾਂ ਹੀ ਆਕਸੀਜਨ ਕਨਵਰਟ ਹੋ ਗਈ ਕਾਰਬਨ ਡਾਈਆਕਸਾਈਡ 'ਚ। ਹੁਣ ਫਿਊਲ ਕਿਹੜਾ ਪਾਇਆ, ਲੈਟਸ ਸੇ ਤੁਸੀਂ ਗੱਡੀ ਲਈ 5 ਤਰੀਕੇ ਦੇ ਫਿਊਲ ਆਉਂਦੇ ਆ। ਇੱਕ ਫਿਊਲ ਦਿੰਦਾ 100 ਕਿਲੋਮੀਟਰ ਦੀ ਐਵਰੇਜ, ਇੱਕ ਦਿੰਦਾ 10 ਕਿਲੋਮੀਟਰ ਦੀ ਐਵਰੇਜ। ਤੁਸੀਂ ਕਿਹੜਾ ਪਾਓਗੇ? ਹੁਣ ਜਦ ਤੁਸੀਂ ਕਾਰਬੋਹਾਈਡਰੇਟਸ, ਸ਼ੂਗਰ ਵਾਲੀ ਡਾਇਟ ਖਾਂਦੇ ਹੋ, ਹਰ 1.5 ਘੰਟੇ ਬਾਅਦ ਖਾਣਾ ਖਾਣਾ ਪਏਗਾ। ਕਿਉਂ? ਤੁਹਾਡੇ ਫਿਊਲ ਦੀ ਐਵਰੇਜ ਘਟ ਗਈ। ਜੇ ਤੁਸੀਂ ਪ੍ਰੋਟੀਨ ਵਾਲੀ ਡਾਇਟ ਖਾਂਦੇ ਹੋ, ਤੁਹਾਡੀ ਐਵਰੇਜ ਵੱਧ ਜਾਂਦੀ ਹੈ। ਜੇ ਤੁਸੀਂ ਫੈਟ ਵਾਲੀ ਡਾਇਟ ਖਾਂਦੇ ਹੋ, ਐਵਰੇਜ ਹੋਰ ਵੱਧ ਜਾਂਦੀ ਹੈ। ਹੁਣ ਹਰ ਇੱਕ ਬੋਡੀ ਦੀ ਇੱਕ ਸਟੇਜ ਹੈ। ਕਈ ਲੋਕ ਕੀ ਕਰਦੇ ਨੇ, ਇੰਟਰਨੈਟ ਤੋਂ ਪੜ੍ਹ ਕੇ ਨਾ, ਲਓ ਜੀ ਕੱਲ੍ਹ ਤੋਂ ਸ਼ੁਰੂ ਕਰ ਰਹੇ ਹਾਂ। ਮੈਂ ਕਿਹਾ ਤੁਸੀਂ ਫਾਸਟਿੰਗ ਨਹੀਂ ਕਰ ਰਹੇ, ਤੁਸੀਂ ਡਾਈਟਿੰਗ ਕਰ ਰਹੇ ਹੋ, ਫਿਰ ਫਸ ਗਏ। ਆਪਾਂ ਨੇ ਲਾਈਫ ਸਟਾਈਲ ਚੇਂਜ ਕਰਨਾ ਤਾਂ ਕਿ ਬੋਡੀ ਆਪਣਾ ਫਿਊਲ ਸੋਰਸ ਚੇਂਜ ਕਰ ਲੇ। ਹੁਣ ਜਿਹੜਾ ਫੈਟ ਪਿਆ ਕੀ ਹੈ, ਇਹ ਫੂਡ ਹੈ ਜਿਹੜਾ ਖਾਇਆ ਨਹੀਂ ਸਰੀਰ ਨੇ। ਜਦੋਂ ਬੋਡੀ ਇਹਨੂੰ ਖਾਣ ਲੱਗ ਜਾਏਗੀ, ਤੁਹਾਡੀ ਭੁੱਖ ਮਰ ਜਾਏਗੀ, ਜਿਹੜਾ ਕਿ ਮੇਰਾ ਪਹਿਲਾ ਰੂਲ ਹੈ। ਜੇ ਭੁੱਖ ਮਰ ਗਈ, ਤੁਸੀਂ ਫਾਸਟਿੰਗ ਕਰ ਸਕਦੇ ਹੋ। ਸਟਾਰਵੇਸ਼ਨ ਨਹੀਂ ਕਰਨੀ, ਸਟਾਰਵੇਸ਼ਨ ਕਿਲਸ। ਫਾਸਟਿੰਗ ਆਪਣੀ ਬੋਡੀ 'ਚ ਇੱਕ ਚੀਜ਼ ਚਲਾਉਂਦੀ ਹੈ, ਆਟੋਫੈਜੀ। ਇਹ ਦੁਨੀਆ ਦੀ ਇਕੱਲੀ ਇੱਕੋ ਮਸ਼ੀਨ ਹੈ ਜਿਹੜੀ ਆਪਣੇ ਆਪ ਨੂੰ ਫਿਕਸ ਕਰ ਸਕਦੀ ਹੈ। ਕੱਟ ਲੱਗਦਾ, ਡਾਕਟਰ ਨਹੀਂ ਭਰਦਾ, ਤੁਹਾਡਾ ਸਰੀਰ ਭਰਦਾ। ਤੁਹਾਡਾ ਇਮਿਊਨ ਸਿਸਟਮ, ਤੁਹਾਡਾ ਲਿਵਰ, ਤੁਹਾਡੀ ਹੈਲਥ ਕਿੰਨੀ ਚੰਗੀ ਹੈ, ਇਹ ਓਨੀ ਤੇਜ਼ ਭਰ ਜੂਗਾ। ਕੈਂਸਰ ਵਾਲੇ ਪੇਸ਼ੈਂਟ ਦਾ ਕਦੇ ਨਹੀਂ ਭਰਦਾ। ਡਾਇਬਟੀਜ਼ ਵਾਲੇ ਦਾ 3 ਗੁਣਾ ਟਾਈਮ ਲੈਂਦਾ ਇੱਕ ਨੋਰਮਲ ਬੰਦੇ ਨਾਲੋਂ। ਜਿੰਨੇ ਤੁਸੀਂ ਸਿਹਤਮੰਦ ਹੋ, ਰਾਤ ਕੱਟ ਲੱਗਿਆ, ਸਵੇਰੇ ਗਾਇਬ, ਮਤਲਬ ਸਿਰਫ ਖਰਚ ਰਹਿ ਗਿਆ, ਖਰਾਚ ਰਹਿ ਗਈ, ਭਰ ਗਿਆ। ਇਹ ਕਿਹਨੇ ਦੱਸਣਾ? ਇਹ ਤੁਹਾਡੇ ਇਮਿਊਨ ਸਿਸਟਮ ਨੇ। ਇਹਨੂੰ ਠੀਕ ਕੌਣ ਕਰਦਾ ਹੈ? ਬੋਡੀ ਦੀ ਇੰਟਰਨਲ ਹੈਲਥ। ਬੋਡੀ ਦੀ ਇੰਟਰਨਲ ਹੈਲਥ ਕਿਵੇਂ ਠੀਕ ਹੁੰਦੀ ਹੈ? ਇਨਸੂਲਿਨ ਲੈਵਲ ਲੋ ਕਰਕੇ। ਤਾਂ ਜਿੰਨਾ ਤੁਸੀਂ ਪੈਕਡ ਫੂਡ ਖਾਓਗੇ, ਤਲਿਆ ਹੋਇਆ ਫੂਡ ਖਾਓਗੇ, ਉਹਨੂੰ ਪਚਾਉਣ ਲਈ ਲਿਵਰ ਨੂੰ ਅਤੇ ਇਨਸੂਲਿਨ ਨੂੰ ਜ਼ਿਆਦਾ ਕੰਮ ਕਰਨਾ ਪੈਣਾ। ਤੁਹਾਡੀ ਇਨਸੂਲਿਨ ਵੱਧ ਗਈ, ਤੁਹਾਡੀ ਬੋਡੀ 'ਚ ਪ੍ਰੋਬਲਮ ਆ ਗਈ। ਜਿੱਥੇ ਤੁਹਾਡੀ ਇਨਸੂਲਿਨ ਲੋ ਹੋ ਗਈ, ਦੇਖੋ ਕੋਈ ਕਹਿ ਕੇ ਇਕੱਲਾ ਸਲਾਦ ਖਾ ਲਓ, ਸਲਾਦ ਨੂੰ ਪਚਾਉਣ ਲਈ ਇਨਸੂਲਿਨ ਨਹੀਂ ਬਣਦਾ। ਪ੍ਰੋਟੀਨ ਨੂੰ ਪਚਾਉਣ ਲਈ ਥੋੜ੍ਹਾ ਜਿਹਾ ਇਨਸੂਲਿਨ ਬਣਦਾ। ਰੋਟੀ, ਸਪੈਸ਼ਲੀ ਬ੍ਰੈਡ ਨੂੰ ਪਚਾਉਣ ਲਈ ਇੱਕ ਰੋਟੀ ਤੋਂ 3 ਗੁਣਾ ਜ਼ਿਆਦਾ ਇਨਸੂਲਿਨ ਬਣਦਾ। ਜਦ ਕਿ ਬ੍ਰੈਡ ਦੇਖਣ 'ਚ ਛੋਟਾ ਹੈ, ਉਹ ਰਿਫਾਈਨਡ ਫਲਾਰ ਤੋਂ ਬਣਿਆ ਹੋਇਆ, ਉਹਦੇ 'ਚ ਰੰਗ ਪਾ ਕੇ ਨਾ ਬਰਾਊਨ ਬਣਾ ਦਿੰਦੇ ਅੱਜ ਕੱਲ੍ਹ। ਕਹਿੰਦੇ ਬਰਾਊਨ ਬ੍ਰੈਡ ਖਾਇਆ ਸੀ। ਮਤਲਬ ਬ੍ਰੈਡ ਨੂੰ ਪਚਾਉਣ ਲਈ ਇਨਸੂਲਿਨ ਵੱਧ ਬਣਦਾ? ਬ੍ਰੈਡ ਪਚਾਉਣ ਲਈ ਰੋਟੀ ਤੋਂ 3 ਗੁਣਾ ਇਨਸੂਲਿਨ ਬਣਦਾ ਜੀ। ਰੋਟੀ 'ਚ ਤਾਂ ਹੋਰ ਵੀ ਚੀਜ਼ਾਂ ਨੇ, ਇਕੱਲਾ ਆਟਾ ਨਹੀਂ। ਉਸ 'ਚ ਜਿਹੜਾ ਕੇਕ ਫਲਾਰ ਹੈ ਨਾ, ਜਿਹਨੂੰ ਕਹਿੰਦੇ ਆ ਵਾਈਟ ਫਲਾਰ, ਮੈਦਾ, ਉਹ 3 ਗੁਣਾ ਜ਼ਿਆਦਾ ਇਨਸੂਲਿਨ ਲੈਂਦਾ। ਦੇਖੋ ਰੱਬ ਜਦ ਵੀ ਕੋਈ ਚੀਜ਼ ਦਿੰਦਾ ਨਾ, ਉਹ ਪੂਰੀ ਚੀਜ਼ ਦਿੰਦਾ। ਹੁਣ ਆਪਾਂ ਕਰਿਆ ਚੋਕਰ ਡੰਗਰ ਨੂੰ ਪਾਤੀ, ਰਹਿ ਕੀ ਗਿਆ? ਡੰਗਰ ਤਾਂ ਮਜ਼ਬੂਤ ਹੋ ਗਿਆ ਨਾ, ਆਪਾਂ ਭਾਵੇਂ ਡੰਗਰ ਨੂੰ ਮਜ਼ਬੂਤ ਕਰਕੇ ਆਪਾਂ ਨੂੰ ਕੀ ਫਾਇਦਾ ਜੀ? ਚੋਕਰ ਉਹਨੂੰ ਦੇਤੀ, ਉਹ ਕੀ ਕਹਿੰਦੇ, ਕੀ ਲਾਤੀ, ਜਾਲੀ ਲਵਾਤੀ, ਕੀ ਕਹਿੰਦੇ ਉਹਨੇ, ਰੂਲਾ ਲਵਾਤਾ। ਪਤਾ ਨਹੀਂ ਕੀ ਕਰੀ ਜਾਂਦੇ ਨੇ ਕਿ ਬਸ ਸਾਡੀ ਰੋਟੀ ਦੇਖਣ ਸੋਹਣੀ ਹੈ, ਅੱਖਾਂ ਨੇ ਥੋੜ੍ਹੀ ਰੋਟੀ ਖਾਣੀ ਹੈ ਜੀ, ਸਰੀਰ ਨੇ ਰੋਟੀ ਖਾਣੀ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਕਿ ਪਹਿਲਾਂ ਆਪਣੇ ਹੱਥਾਂ ਨਾਲ ਚੱਕੀ ਚੱਲਦੀ ਹੁੰਦੀ ਸੀ ਅਤੇ ਉਹ ਸਲੋ ਪ੍ਰੋਸੈਸ ਹੁੰਦਾ ਸੀ, ਗਰਮ ਨਹੀਂ ਸੀ ਹੁੰਦਾ ਆਟਾ, ਉਹ ਤਾਂ ਹੀ ਪੌਸ਼ਟਿਕ ਵੱਧ ਸੀਗਾ। ਅੱਜ ਕੱਲ੍ਹ ਤਾਂ ਗੇੜੇ ਦੇ ਕੇ ਤਾਂ ਚੱਕੀ ਆਟਾ, ਤੁਸੀਂ ਹੱਥ ਲਾ ਕੇ ਦੇਖੋ ਜਿਹੜਾ ਚੱਕੀ ਤੋਂ ਨਿਕਲਦਾ, ਹੱਥ ਨਹੀਂ ਲਾ ਸਕਦੇ, ਅੱਗ ਵਰਗਾ ਆਟਾ ਨਿਕਲ ਕੇ ਆਉਂਦਾ। ਪਹਿਲਾਂ ਤਾਂ ਜਿਹੜੇ ਉਹਦੇ 'ਚ ਨਿਊਟ੍ਰੀਸ਼ਨ ਵੈਲਿਊ ਸਾਰੀ ਉਹਦੇ 'ਚ ਹੀ ਖਤਮ ਹੋ ਗਈ। ਉਸ ਤੋਂ ਬਾਅਦ ਤੁਸੀਂ ਉਹਦੇ 'ਚੋਂ ਛਾਣ ਬੂਰਾ ਕੱਢਤਾ ਅਤੇ ਹੋਰ ਕੱਢ ਕੇ ਮੈਦਾ ਖਾ ਰਹੇ ਹੋ, ਉਹਦਾ ਕੀ ਬਚਣਾ ਹੈ? ਸਰ ਇਹ ਤੋਂ ਪਿੱਛੇ ਜਾਣਾ। ਕਾਂਗਰਸ ਘਰ ਦਾ ਨਾਮ ਸੁਣਿਆ ਜੀ? ਉਹ ਕਿਉਂ ਆਇਆ ਸੀ ਪਤਾ? ਇੱਕ ਵਾਰ ਨਾ ਇੰਡੀਆ ਕੋਲ ਬੀਜ ਮੁੱਕ ਗਿਆ ਸੀ, ਆਪਣੀ UK ਨਾਲ ਲੜਾਈ ਚੱਲਦੀ ਸੀ। ਅਮਰੀਕਾ ਤੋਂ ਰਿਕੁਐਸਟ ਕਰਕੇ ਗਵਰਨਮੈਂਟ ਨੇ ਇੱਕ ਕਣਕ ਦਾ ਬੀਜ ਮੰਗਾਇਆ ਸੀ। ਉਹ ਅਮਰੀਕਾ ਵਾਲੇ ਬੜੇ ਚਾਲੂ ਸੀ, ਉਹ ਕਹਿੰਦੇ ਆਪਾਂ ਸਿਰਫ ਬੀਜ ਨਹੀਂ ਭੇਜਣਾ, ਆਪਾਂ ਇੱਕ ਵੀਡ ਭੇਜਦੇ ਹਾਂ, ਆਪਣੇ ਤੋਂ ਸਪਰੇਅ ਤਾਂ ਹੀ ਖਰੀਦਣਗੇ। ਉਹਨਾਂ ਨੇ ਇੱਕ ਕਾਂਗਰਸ ਕਾ ਜਿਹੜਾ ਕਿ ਦਮੇ ਦੀ ਬਿਮਾਰੀ ਕਾਜ਼ ਕਰਦਾ ਹੈ, ਉਹਦਾ ਵੀਡ ਪਾ ਕੇ ਭੇਜਤਾ। ਪਿੱਛੇ ਜਾਂਦੇ ਆ, ਆਪਣੀ ਕਣਕ ਜਿਹੜੀ ਕਿ ਸੁਨਹਿਰੀ ਲਾਲ ਜਿਹੇ ਰੰਗ ਦੀ ਕਣਕ ਸੀਗੀ, ਉਹ ਗਈ। ਜਿਹੜੀ ਕਣਕ ਆਪਾਂ ਖਾ ਰਹੇ ਹਾਂ ਉਹ ਕਣਕ ਨਹੀਂ ਹੈ, ਉਹ ਜੈਨੇਟਿਕਲੀ ਮੋਡੀਫਾਈਡ ਹੈ। ਮੈਂ ਕਣਕ ਦਾ ਸਖਤ ਖਿਲਾਫ ਹੈ। ਉਹਨੂੰ ਹੋਣ ਲਈ 3 ਸਪਰੇਅ, 2 ਥੈਲੇ ਯੂਰੀਏ, ਡਾਇਆਮੋਨੀਅਮ ਤੋਂ ਬਿਨਾਂ ਹੁੰਦੀ ਨਹੀਂ। ਮੈਂ ਖੇਤੀ ਕਰੀ ਆਪ ਜੀ, ਤਾਂ ਸਮਝੋ ਉਹ ਕਣਕ ਆਪਣੀ, ਉਹ ਕਣਕ ਨਹੀਂ ਰਹੀ। ਤਾਂ ਲੋਕੀ ਸੋਚਦੇ ਆ ਰੋਟੀ ਖਾਣੀ ਜ਼ਰੂਰੀ ਹੈ। ਕਿਹੜੀ ਰੋਟੀ ਜ਼ਰੂਰੀ ਸੀ ਜੀ? ਜਿਹੜੀ ਤੁਹਾਡੇ ਦਾਦਾ ਪੜਦਾਦਾ ਖਾਂਦਾ ਸੀ। ਅੱਜ ਦੇ ਟਾਈਮ 'ਚ ਰੋਟੀ ਦਾ ਤੱਤ ਰਿਹਾ ਹੀ ਨਹੀਂ। ਉੱਪਰੋਂ ਜਿਹੜੀ ਤੁਸੀਂ ਨੇ ਗੱਲ ਕਹੀ ਫ੍ਰਿਕਸ਼ਨ, 110%, ਉਹਦੀ ਟੈਂਪਰੇਚਰ ਉਸ ਵਕਤ 70-80 ਡਿਗਰੀ ਹੁੰਦਾ, ਜਿਹੜਾ ਕਿ ਨਿਊਟ੍ਰੀਸ਼ਨ ਮਾਰਦਾ, ਜਿਹੜਾ ਮਾੜਾ ਮੋਟਾ ਬਚਿਆ ਸੀ। ਅੱਜ ਤੋਂ 60-70 ਸਾਲ ਪਹਿਲਾਂ 6 ਪ੍ਰੋਟੀਨ ਐਮੀਨੋ ਐਸਿਡ ਜਿਹਨੂੰ ਕਹਿੰਦੇ ਆ, ਇੱਕ ਕਣਕ ਦੇ ਦਾਣੇ 'ਚ ਸੀ। ਅੱਜ ਇੱਕ ਰਹਿ ਗਿਆ। ਹਾਸੇ ਵਾਲੀ ਗੱਲ, ਪੀਸਣ ਤੋਂ 6 ਘੰਟੇ ਬਾਅਦ ਆਕਸੀਡਾਈਜੇਸ਼ਨ ਨਾਲ ਮਰ ਜਾਂਦਾ, ਤਾਂ ਹੀ ਸਵੇਰੇ ਪੀਸਦੇ ਸੀ ਦਿਨ ਦਾ ਆਟਾ। ਹੁਣ ਉਹ ਜਦ 3 ਮਹੀਨੇ ਬਾਅਦ, 3 ਮਹੀਨੇ ਪਹਿਲਾਂ ਪੀਸਿਆ ਹੋਇਆ ਆਟਾ ਆਪਾਂ ਰਿਲਾਇੰਸ ਦੇ ਮੈਗਾ ਮਾਰਟ ਤੋਂ ਖਰੀਦ ਲਿਆਂਦਾ, ਉਸ 'ਚ ਬਚਿਆ ਕੀ ਹੈ? 0 ਨਿਊਟ੍ਰੀਸ਼ਨ। ਮੈਂ ਲੋਕਾਂ ਨੂੰ ਰੋਟੀ ਛੜਾਉਣਾ ਹੀ, ਉਹ ਕਹਿਣਗੇ ਵਾਹ ਜੀ ਵਾਹ,
ਜੋ ਤੁਸੀਂ ਖਾ ਰਹੇ ਹੋ એનર્ਜੀ ਦੇ ਰਿਹਾ। ਮੈਂ ਕਿਹਾ ਜੋ ਤੁਸੀਂ ਖਾ ਰਹੇ ਸੀ એનર્ਜੀ ਲੈ ਰਿਹਾ ਸੀ, ਬੋਡੀ ਦੇ ਰਹੀ ਹੈ। ਤਾਂ ਹੀ ਜਿਹੜੀ ਅਸੀਂ ਤੁਹਾਨੂੰ ਚੀਜ਼ ਫੋਲੋ ਕਰਾਉਂਦੇ ਹਾਂ, ਤੁਹਾਡੀ ਉਮਰ ਨਾਲ ਦੀ ਨਾਲ 10 ਸਾਲ ਯੰਗਰ ਲੱਗਣ ਲੱਗ ਜਾਂਦੇ ਹੋ, ਕਿਉਂਕਿ ਬੋਡੀ ਆਪਣੇ ਰੀਸੈਟ 'ਤੇ ਜਾ ਰਹੀ ਹੈ। ਤਾਂ ਫਾਸਟਿੰਗ ਚੰਗੀ ਹੈ। ਗਲਤ ਫਿਊਲ ਖਾਓਗੇ ਬਾਰ-ਬਾਰ ਭੁੱਖ ਲੱਗੇਗੀ। ਤੁਸੀਂ ਚੀਨੀ ਖਾ ਕੇ ਦੇਖੋ 1.5 ਘੰਟੇ ਵਿੱਚ ਭੁੱਖ ਲੱਗੇਗੀ। ਕਿਉਂ? ਚੀਨੀ ਕੀ ਕਰਦੀ ਹੈ, ਇਹਦੇ ਪਿੱਛੇ ਸਾਇੰਸ ਹੈ। ਜੇ ਆਪਾਂ ਚੀਨੀ ਖਾਈ ਆਪਣੀ ਬਲੱਡ ਸ਼ੂਗਰ ਵੱਧ ਗਈ, ਇਹਨੂੰ ਡਾਊਨ ਕਰਨ ਲਈ ਇਨਸੂਲਿਨ ਨੇ ਅਟੈਕ ਕਰਿਆ। ਹੁਣ ਇਨਸੂਲਿਨ ਕੀ ਕਰਦੀ ਹੈ, ਬਹੁਤ ਪੋਟੈਂਟ ਹਾਰਮੋਨ ਹੈ, ਕਾਫੀ ਮਜ਼ਬੂਤ। ਉਹ ਇਹਨੂੰ ਇਕੱਲਾ ਡਾਊਨ ਨਹੀਂ ਭੇਜਦੀ, ਉਹਨੂੰ ਬਿਲੋ ਨਾਰਮਲ ਭੇਜ ਦਿੰਦੀ ਹੈ। ਫਿਰ ਬੰਦਾ ਇੱਕ ਸਰਕਲ 'ਚ ਫਸ ਗਿਆ। ਭੁੱਖ ਲੱਗੀ, ਇਨਸੂਲਿਨ ਬਣਿਆ, ਸੌਰੀ ਖਾਇਆ, ਸ਼ੂਗਰ ਬਣੀ, ਇਨਸੂਲਿਨ ਨੇ ਲੋ ਕਰਤਾ, ਉਹ ਲੋ ਜ਼ਿਆਦਾ ਹੋ ਗਿਆ, ਹੁਣ ਬਲੱਡ ਸ਼ੂਗਰ ਲੋ ਹੋ ਗਈ। ਖਾਓ ਤਾਂ ਬੰਦਾ, ਮੈਂ ਆਮ ਕਹਿੰਦਾ ਨਾ ਕਿ 7 ਤੋਂ 8 ਵਾਰੀ ਬੰਦਾ ਸਵੇਰ ਦੀ ਚਾਹ ਪੀਂਦਾ, ਫਿਰ ਨਾਸ਼ਤਾ, ਫਿਰ ਚਾਹ, ਫਿਰ ਲੰਚ, ਫਿਰ ਚਾਹ, ਫਿਰ ਘਰ ਆ ਕੇ ਇੱਕ ਨਾਸ਼ਤਾ, ਫਿਰ ਡਿਨਰ। 7 ਖਾਣ ਲਈ ਜੋ ਰਿਹਾ। ਹਾਂਜੀ, 7 ਵਾਰੀ ਤੁਸੀਂ ਆਪਣੀ ਬੋਡੀ 'ਚ ਇਨਸੂਲਿਨ ਬਣਾਈ। ਇਹ ਤਾਂ ਨੋਰਮਲ ਬੰਦਾ ਜੀ, ਬੱਚੇ ਵਿਚਾਰੇ ਤਾਂ ਇਸ ਤੋਂ ਖਾਸ ਹੀ ਅੱਗੇ ਨੇ। 7 ਵਾਰੀ ਬੋਡੀ ਨੇ ਪੂਰਾ ਸਿਸਟਮ ਔਨ ਕਰਿਆ ਬਲੱਡ ਸ਼ੂਗਰ ਲੋ ਕਰਨ ਲਈ। ਫਿਰ ਕਹਿੰਦੇ ਸਾਡੀ ਉਮਰ, ਸਾਡੇ ਵਾਲ, ਸਾਡੀ ਅੱਖਾਂ। ਮੈਂ ਕਿਹਾ ਹਾਂਜੀ, ਤੁਸੀਂ ਕਾਰ ਓਵਰ ਯੂਜ਼ ਕਰ ਰਹੇ ਹੋ। ਫਾਸਟਿੰਗ ਇੱਕ ਇਕੱਲੀ ਚੀਜ਼ ਹੈ ਜਿੱਥੇ ਕਾਰ ਪਹਿਲੀ ਵਾਰੀ ਬੰਦ ਹੋਏਗੀ, ਇੰਜਨ ਨੂੰ ਸਾਹ ਮਿਲੇਗਾ, ਲਿਵਰ ਆਪਣਾ ਮੇਨ ਪ੍ਰਾਇਮਰੀ ਫੰਕਸ਼ਨ ਕਰੇਗਾ। ਉਹ ਕੀ ਕਰੇਗਾ? ਉਹ ਰਿਪੇਅਰ, ਇਮਿਊਨ ਸਿਸਟਮ, ਸੈੱਲ ਰੀਜਨਰੇਸ਼ਨ। ਜਿਹਦਾ ਲਿਵਰ ਮਜ਼ਬੂਤ ਹੈ ਨਾ, ਉਹਨੂੰ ਕੈਂਸਰ ਕੁਛ ਨਹੀਂ ਕਰ ਸਕਦਾ ਜੀ। ਉਹਨੂੰ ਤੁਸੀਂ ਚਾਹੇ ਕੈਂਸਰ ਸੈੱਲ ਨਾ ਇੰਜੈਕਟ ਕਰ ਦਿਓ, ਉਹਦੀ ਬੋਡੀ 'ਚ ਇਮਿਊਨ ਸਿਸਟਮ ਹੈ, ਉਹਨੇ ਜਾ ਕੇ ਮਾਰ ਦੇਣੇ। ਹਰ ਇੱਕ ਬੰਦੇ 'ਚ ਕੈਂਸਰ ਸੈੱਲ ਹੈ, ਉਹ ਰੀਪਰੋਡਿਊਸ ਨਹੀਂ ਹੋਣ ਦਿੰਦੀ ਆਪਣੀ ਬੋਡੀ। ਜਿਹੜਾ ਬੰਦਾ ਕੈਂਸਰ ਦਾ ਮਰੀਜ਼ ਹੈ, ਉਹਦੇ ਇਮਿਊਨ ਰਿਸਪੌਂਸ 0 ਹੋ ਗਿਆ, ਉਹ ਰੀਪਰੋਡਿਊਸ ਕਰਕੇ ਗੱਠ ਬਣ ਜਾਂਦਾ। ਫਿਰ ਉਹ ਗੱਠ ਬਣ ਕੇ ਮੋਟਾ ਹੋ ਜਾਂਦਾ। ਜਿੱਥੇ ਤੁਹਾਡਾ ਲਿਵਰ ਓਕੇ ਹੈ, ਉਹਨੇ ਸਾਰੇ ਸੈੱਲ ਮਾਰ ਦੇਣੇ ਆ। ਅਤੇ ਉਹ ਲਿਵਰ, ਉਹਦੇ ਸੈੱਲ ਨੇ ਕੈਂਸਰ ਦੇ ਸਰਵਾਈਵ ਕਿਸ 'ਤੇ ਕਰਦੇ ਨੇ? ਇਨਸੂਲਿਨ 'ਤੇ। ਤਾਂ ਮੈਂ ਤੁਹਾਨੂੰ ਕਹਿੰਦਾ, ਜਿਵੇਂ ਸਬਜੈਕਟ ਆਪਣਾ ਬਹੁਤ ਸੋਹਣਾ, ਮਗਰ ਇਹਦਾ ਕਿੱਥੇ ਜਾਂਦਾ ਇਹ? ਇਨਸੂਲਿਨ। ਆਪਾਂ ਨੇ ਬੋਡੀ ਦੀ ਇਨਸੂਲਿਨ ਠੀਕ ਕਰਨੀ ਹੈ। ਜੇ ਤੁਸੀਂ ਸਮਝਦਾਰ ਹੋ, ਪੜ੍ਹ ਸਕਦੇ ਹੋ, ਗੂਗਲ ਕਰਿਓ ਇਨਸੂਲਿਨ ਰੈਜ਼ਿਸਟੈਂਸ। ਆਪਣੀ ਬੋਡੀ ਨੂੰ ਇੱਕ ਜੇ ਬ੍ਰੈਕਟ ਹੁੰਦੀ ਹੈ, ਇਸ ਤੋਂ ਘੱਟ ਇਨਸੂਲਿਨ ਨਹੀਂ ਚਾਹੀਦੀ, ਇਸ ਤੋਂ ਜ਼ਿਆਦਾ ਨਹੀਂ ਚਾਹੀਦੀ। ਹਰ ਇੱਕ ਬੰਦਾ ਇੰਨੀ ਰੇਂਜ ਇਨਸੂਲਿਨ ਰੱਖ ਰਿਹਾ ਇਸ ਵਕਤ। ਚੀਜ਼ ਮੈਨੂੰ ਸਮਝ ਨਹੀਂ ਆ ਰਹੀ। ਜਿੰਨੇ ਵੀ ਕੈਂਸਰ ਪੇਸ਼ੈਂਟਸ ਹੋਣਗੇ, ਮਾਡਰਨ ਮੈਡੀਕਲ ਸਾਇੰਸ ਦੇ ਵਿੱਚ ਜਦੋਂ ਉਹ ਜਾਂਦਾ ਹੈਗਾ ਬੰਦਾ ਕੈਂਸਰ ਦਾ ਇਲਾਜ ਕਰਾਉਣ ਲਈ, ਉਹਨਾਂ ਨੂੰ ਜਾਂਦੇ ਸਾਰ ਗਲੂਕੋਜ਼ ਠੋਕ ਦਿੱਤਾ ਜਾਂਦਾ। ਉਹ ਤਾਂ ਬਹੁਤ ਖਤਰਨਾਕ ਚੀਜ਼ ਹੈ ਜੀ। ਸਰ ਕਦੇ ਕੈਂਸਰ ਦੇ ਹਸਪੀਟਲ ਦੇ ਉੱਪਰ ਨਾਮ ਪੜ੍ਹਿਓ, ਬੋਰਡ 'ਤੇ ਕੀ ਲਿਖਿਆ? ਕੈਂਸਰ ਰਿਸਰਚ ਸੈਂਟਰ। ਵਰਡ ਸਮਝੋ, ਰਿਸਰਚ। ਉਹ ਰਿਸਰਚ ਕਰ ਰਹੇ ਨੇ ਇਹਦੇ ਉੱਪਰ, ਕੋਈ ਕਨਕਲੂਸਿਵ ਤਾਂ ਉਹ ਕੀ ਕਰ ਰਹੇ? ਤੁਸੀਂ ਗਿਨੀ ਪਿਗ ਹੋ। ਗਿਨੀ ਪਿਗ ਸਮਝਦੇ ਹੋ? ਜਿਹਦੇ ਉੱਪਰ ਟੈਸਟਿੰਗ ਕਰੀ ਜਾਂਦੀ ਹੈ, ਉਹ ਸਾਰੇ ਰਿਸਰਚ ਸੈਂਟਰ ਨੇ। ਸੌਰੀ ਜੀ, ਮੈਂ ਉਹ ਵਾਲਾ ਪਿਗ ਨਹੀਂ ਹੈ ਜਿਹਦੇ ਉੱਪਰ ਰਿਸਰਚ ਕਰੀ ਜਾਏ। ਨਾ ਮੇਰਾ ਕੋਈ ਕਲਾਇੰਟ, ਨਾ ਮੇਰਾ ਭਾਈ ਬੰਦੂ। ਉਹ ਰਿਸਰਚ ਹੈ, ਉਹਦਾ ਕੋਈ ਕਨਕਲੂਸਿਵ, ਉਹਨਾਂ ਕੋਲ ਉਹਨਾਂ ਤੋਂ 1% ਗਰੰਟੀ ਨਹੀਂ ਦਿੰਦੇ ਤੁਹਾਨੂੰ। ਇਹਦਾ ਮਤਲਬ ਇਹ ਹੈ ਕਿ ਜਿਹੜਾ ਕੈਂਸਰ ਵਾਲਾ ਪੇਸ਼ੈਂਟ ਹੈ, ਉਹਨੂੰ ਗਲੂਕੋਜ਼ ਲਵਾਉਣ ਤੋਂ ਬਚਣਾ ਚਾਹੀਦਾ। 110%। ਗਲੂਕੋਜ਼ ਕੀ ਬਣਾਉਂਦਾ ਬੋਡੀ 'ਚ? ਇਨਸੂਲਿਨ। ਹਾਂ, ਜਿੱਥੇ ਤੁਹਾਡੀ ਇਨਸੂਲਿਨ ਬਣੀ, ਕੈਂਸਰ ਸੈੱਲ ਹੋਰ ਸਰਵਾਈਵ ਕਰਦਾ। ਤਾਂ ਗਲੂਕੋਜ਼ ਦੁਸ਼ਮਣ ਉਸ ਚੀਜ਼ ਦਾ। ਤੁਸੀਂ ਦੇਖੋ, ਅਗਰ ਇੱਕ ਡਾਇਬਟਿਕ ਫਰੈਂਡਲੀ ਗਲੂਕੋਜ਼ ਆਉਂਦਾ, ਉਹ ਤੁਸੀਂ ਘਰ ਬਣਾ ਲਓ, ਚਾਹੇ ਪਾਣੀ ਹੈ, ਨਮਕ ਹੈ, ਹੋਰ ਕੁਛ ਨਹੀਂ ਹੈ। ਤੁਹਾਡੀ ਬੋਡੀ ਨੂੰ ਚੱਲਣ ਲਈ ਸ਼ੂਗਰ ਬਹੁਤ ਘੱਟ ਚਾਹੀਦੀ ਹੁੰਦੀ ਹੈ, ਉਹਨੂੰ ਚੱਲਣ ਲਈ ਇਲੈਕਟ੍ਰੋਲਾਈਟ ਚਾਹੀਦੇ ਹੈ। ਬ੍ਰੇਨ ਇਲੈਕਟ੍ਰੀਸਿਟੀ ਭੇਜਦਾ, ਤਾਂ ਹੀ ਉਂਗਲੀ ਚੱਕੀ ਜਾਂਦੀ ਹੈ। ਇਹ ਇੰਪਲਸਾਂ ਕਿਹਦੇ ਨਾਲ ਚੱਲਦੀਆਂ ਨੇ? ਮਿਨਰਲਸ ਨਾਲ। ਉਹ ਇਲੈਕਟ੍ਰੋਲਾਈਟਸ 'ਚ ਨੇ, ਸੇਂਦਾ ਨਮਕ 'ਚ ਹੈ। ਬਹੁਤ ਸਿੰਪਲ ਹੈ ਆਪਣੀ ਚੀਜ਼ਾਂ। ਤਾਂ ਗਲੂਕੋਜ਼, ਹਾਂ ਹੁਣ ਦੇਖੋ, ਅਗਰ ਬੰਦਾ ਬਹੁਤ ਢਿੱਲਾ ਹੋ ਗਿਆ, ਕੈਂਸਰ ਕਰਕੇ ਕੁਛ ਖਾ ਨਹੀਂ ਰਿਹਾ, ਹੁਣ ਗੱਲ ਖਤਮ ਹੀ ਹੋ ਗਈ। ਫੈਮਿਲੀ ਨੂੰ ਹੁੰਦਾ ਕੁਛ ਤਾਂ ਕਰਾਂਗੇ, ਗਲੂਕੋਜ਼ ਲਵਾ ਲਓ ਭਾਈ। ਮਗਰ ਆਮ ਤੌਰ 'ਤੇ ਆਪਾਂ ਨੇ ਇਨਸੂਲਿਨ ਲੋ ਕਰਨਾ। ਫਿਰ ਬਹੁਤ ਸਾਈਨ ਨੇ ਜਿੱਥੇ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਉਹਨੂੰ ਕੈਂਸਰ ਵਾਲੇ ਪਾਸੇ ਜਾਣ ਲੱਗ ਗਿਆ। ਲੋਕ ਨਿਗਲੈਕਟ ਕਰੀ ਜਾਂਦੇ ਨੇ। ਹੁਣ ਇਹ ਆਪਾਂ ਕਿ ਫਾਸਟਿੰਗ ਦਿਨ ਦੇ ਵਿੱਚ ਕਰਨੀ ਕਿਵੇਂ ਸਵੇਰੇ ਉੱਠਿਆ ਰਾਤ ਤੱਕ ਫਾਸਟਿੰਗ ਕਰਨੀ ਕਿਵੇਂ ਤੁਸੀਂ ਦੱਸਿਆ ਨਾ ਵੀ ਸਬਜ਼ੀ ਦੇ ਜੂਸ ਦੇ ਨਾਲ ਆਪਾਂ ਇਹ ਚੱਲਣਾ, ਕਿੱਦਾਂ ਫਾਸਟਿੰਗ ਕਰਨੀ? ਬਹੁਤ ਅਲੱਗ-ਅਲੱਗ ਤਰੀਕੇ ਦੀ ਫਾਸਟਿੰਗ ਹੈ ਜੀ, ਡਿਪੈਂਡ ਕਰਦਾ ਬੰਦਾ ਕਿਸ ਚੀਜ਼ ਲਈ ਫਾਸਟਿੰਗ ਕਰ ਰਿਹਾ ਹੈ। ਹੁਣ ਪਹਿਲੀ ਗੱਲ ਹੈ, ਫਾਸਟਿੰਗ ਦਾ ਮਤਲਬ ਕੀ ਹੈ? ਇਨਸੂਲਿਨ ਨਹੀਂ ਬਣਨਾ ਬੋਡੀ 'ਚ। ਹੁਣ ਜਿਹੜੀ ਚੀਜ਼ ਇਨਸੂਲਿਨ ਬਣਾਉਂਦੀ ਹੈ, ਉਹ ਤੁਹਾਡਾ ਫਾਸਟ ਤੋੜ ਦੇਗੀ। ਚਾਹ ਦੇ ਵਿੱਚ ਦੁੱਧ ਪਿਆ ਹੋਇਆ, ਦੁੱਧ 'ਚ ਲੈਕਟੋਸ ਨਾਮ ਦੀ ਚੀਨੀ ਹੈ, ਉਹ ਵੀ ਤਾਂ ਚੀਨੀ ਹੈ। ਗਲੂਕੋਜ਼, ਲੈਕਟੋਸ, ਫਰਕਟੋਸ, ਸੁਕਰਲੋਸ, ਇਹਦੇ ਸਭ ਦੇ ਪਿੱਛੇ ਇੱਕੋ ਵਰਡ ਲੱਗਿਆ, ਕੋਸ। ਪੰਜਾਬੀ 'ਚ ਤਾਂ ਕੋਸ ਹੀ ਰਹੇ ਆਪਾਂ ਆਪਣੇ ਆਪ ਨੂੰ। ਤਾਂ ਉਹ ਵਰਡ ਕੀ ਹੈ? ਚੀਨੀ, ਗ੍ਰੀਕ ਵਰਡ ਹੈ। ਜੇ ਤੁਸੀਂ ਚਾਹ ਪੀ ਲਈ, ਤੁਹਾਡੀ ਫਾਸਟਿੰਗ ਟੁੱਟ ਗਈ। ਹੁਣ ਲੋਕੀ ਕਹਿੰਦੇ ਮੈਂ ਤਾਂ ਖਾਣਾ 2 ਵਾਰੀ ਖਾਣਾ ਹੀ, ਚਾਹ ਦੇ 4 ਕੱਪ ਹੋ ਜਾਂਦੇ ਆ। ਮੈਂ ਕਿਹਾ ਗੱਲ ਖਤਮ ਹੋ ਗਈ, ਚਾਹੇ ਚਾਹ ਚੀਨੀ ਵੀ ਨਹੀਂ ਪਾਈ। ਚਾਹ 'ਚ ਕੀ ਹੈ? ਚੀਨੀ ਹੈ, ਇੱਕ ਹੋਰ ਤਰੀਕੇ ਦੀ। ਸੋ ਸਭ ਤੋਂ ਪਹਿਲੀ ਫਾਸਟਿੰਗ ਮੈਂ ਲੋਕਾਂ ਨੂੰ ਕਹਿੰਦਾ 3 ਮੀਲਸ ਕਰਨੀ ਹੈ, ਸਵੇਰੇ, ਦੁਪਹਿਰੇ, ਸ਼ਾਮ। ਕੋਈ ਸਨੈਕਿੰਗ ਨਹੀਂ, ਕੋਈ ਚਾਹ ਨਹੀਂ। ਜੇ ਚਾਹ ਦੇ ਤਲਬ ਲੱਗਦੀ ਹੈ, ਲੰਚ ਦੇ ਵਿੱਚ ਚਾਹ ਪੀ ਲਓ, ਬ੍ਰੇਕਫਾਸਟ ਦੇ ਨਾ। ਹਾਂ, ਉਹ ਤਾਂ ਉਹਦੇ ਵਰਗਾ ਤਾਂ ਮਜ਼ਾ ਹੀ ਕੋਈ ਨਹੀਂ ਹੈ। ਸਮਝੋ
ਕਈ ਆਂਦੀ ਹੁਣ ਇਹੋ ਜਿਹੇ ਕਲਾਇੰਟ ਨੇ ਮੇਰੇ ਵਕੀਲ ਸਾਹਿਬ ਨੇ 6 ਮਹੀਨੇ ਤੋਂ ਚਾਹ ਨਹੀਂ ਛੱਡ ਪਾਏ, ਕਿਉਂ? ਐਡਿਕਟਡ ਨੇ। ਫਿਰ ਉਹ ਕੀ ਕਰਦੇ ਆ, ਉਹ ਖਾਣੇ ਦੇ ਨਾਲ ਚਾਹ ਪੀ ਲੈਂਦੇ ਆ। ਕੀ ਹੋਇਆ, ਬੋਡੀ ਨੇ ਇੱਕ ਵਾਰੀ ਕੰਮ ਕਰਿਆ। ਸਭ ਇੱਕ ਚੀਜ਼ ਹੋਰ ਹੈ ਜੀ, ਜੋ ਮੈਂ ਹੁਣ ਤੱਕ ਪੜ੍ਹਿਆ ਹੈਗਾ ਕਿ ਖਾਣੇ ਦੇ ਜਿਹੜੇ ਪ੍ਰੋਟੀਨਸ ਹੁੰਦੇ ਨੇ, ਜਦੋਂ ਆਪਾਂ ਚਾਹ ਪੀਂਦੇ ਹਾਂ ਤਾਂ ਉਹਨਾਂ ਪ੍ਰੋਟੀਨਸ ਨੂੰ ਉਹ ਹਾਰਡ ਕਰ ਦਿੰਦੇ ਨੇ। ਹਾਰਡ ਕਰਨ ਤੋਂ ਬਾਅਦ ਜਦੋਂ ਬਾਡੀ ਉਹਨੂੰ ਲੈ ਕੇ ਇੰਟੈਸਟਾਈਨ 'ਚ ਜਾਂਦੀ ਹੈ ਤਾਂ ਇੰਟੈਸਟਾਈਨ ਦੇ ਵਿੱਚ ਉਹ ਜੰਮ ਜਾਂਦੇ ਨੇ, ਉਹ ਕਬਜ਼ ਪੈਦਾ ਕਰਦੇ ਨੇ। ਸਰ ਜਿਹੜੀ ਮੈਂ ਤੁਹਾਨੂੰ ਪਹਿਲੀ ਵਾਰੀ ਗੱਲ ਕਰੀ ਸੀ, ਸੈੱਲ ਦਾ ਮੂੰਹ ਖੁੱਲ੍ਹਾ ਸੀ, ਤੁਸੀਂ ਉਹਨੂੰ ਕੀ ਦਿੱਤਾ, ਲੈਕਟੋਸ ਤੇ ਚੀਨੀ, ਉਹ ਬੰਦ ਹੋ ਗਿਆ। ਜੋ ਬਾਕੀ ਖਾਇਆ ਉਹ ਲੱਗੇ ਨਹੀਂ, ਉਹ ਪ੍ਰੋਟੀਨ ਟੁੱਟੇਗਾ। ਕਿਉਂ ਟੁੱਟੇਗਾ? ਜਦ ਲੋੜ ਹੀ ਨਹੀਂ ਹੈ। ਹੁਣ ਤੁਸੀਂ ਕੀ ਕਰਿਆ, ਤੁਸੀਂ ਖਾਣਾ ਖਾਇਆ, ਨਾਲ ਦੀ ਨਾਲ ਤੁਹਾਨੂੰ ਚਲੋ ਚਾਹ ਦੀ ਤਲਬ ਲੱਗਦੀ ਹੈ, ਕਿਉਂਕਿ ਕਈ ਕਲਾਇੰਟ ਹੁੰਦੇ ਨੇ ਸਰ ਦਰਦ ਆਈ, ਬਹੁਤ ਪ੍ਰੋਬਲਮ ਹੈ ਕਿ ਸਿਰ ਦੁਖਣਾ ਨਹੀਂ ਹਟਦਾ ਅਗਰ ਚਾਹ ਨਾ ਪੀਏ, ਐਡਿਕਸ਼ਨ ਹੈ। ਤਾਂ ਅਸੀਂ ਕਹਿੰਦੇ ਖਾਣਾ ਖਾਓ, 10 ਮਿੰਟ ਬਾਅਦ ਚਾਹ ਪੀ ਲਓ, ਕਿਉਂਕਿ ਸ਼ੁਰੂਆਤ ਹੈ। ਪਹਿਲੀ ਫਾਸਟਿੰਗ ਦੀ ਸਟੇਜ ਹੈ, 3 ਵਾਰੀ ਖਾਣਾ, ਇਹਦੇ ਅੱਗੇ ਪਿੱਛੇ ਕੋਈ ਚਾਹ ਨਹੀਂ, ਇਹਦੇ ਅੱਗੇ ਪਿੱਛੇ ਕੋਈ ਸਨੈਕ ਨਹੀਂ। ਪਰ ਇਹਦੇ ਨਾਲ ਨਾਲ ਆਪਾਂ ਇਹ ਵੀ ਦੱਸ ਦਈਏ ਨਾ ਵੀ ਜਿਹੜੀ ਚਾਹ ਪੀਣੀ ਹੈ ਉਹਦੇ 'ਚ ਦੁੱਧ ਤੇ ਚੀਨੀ ਦੋਨੋਂ ਚੀਜ਼ਾਂ ਨਹੀਂ ਪਾਉਣੀਆਂ। ਸ਼ੁਰੂ ਦੁੱਧ ਪਾ ਲੈਣ, ਸ਼ੁਰੂ ਪਾ ਲੈਣ, ਉਹਦਾ ਤਰੀਕਾ ਛੱਡਣ ਦਾ, ਕਿਉਂਕਿ ਇੱਕਦਮ ਦੁੱਧ ਨਹੀਂ ਛੱਡਦੇ। ਦੇਖੋ ਤੁਹਾਨੂੰ ਪਤਾ 99% ਲੋਕਾਂ ਨੂੰ ਚਾਹ ਦੀ ਤਲਬ ਨਹੀਂ ਹੈ, ਉਹਦੇ ਦੁੱਧ ਦੀ ਮਿਠਾਸ ਹੈ ਨਾ ਅਤੇ ਚੀਨੀ ਹੈ, ਉਹਦੀ ਤਲਬ ਹੈ। ਮੈਂ ਲੋਕਾਂ ਨੂੰ ਕਹਿੰਦਾ ਕਾਲੀ ਚਾਹ ਪੀ ਲਓ, ਸਰ ਪੀਤੀ ਸੀ ਮਜ਼ਾ ਨਹੀਂ ਆਇਆ। ਮੈਂ ਕਿਹਾ ਕਿਉਂਕਿ ਲੋੜ ਇਹਦੀ ਨਹੀਂ ਸੀ ਸਰੀਰ ਨੂੰ, ਲੋੜ ਤਾਂ ਕੁਛ ਹੋਰ ਸੀ। ਤਾਂ ਪੌੜੀ ਉਤਰਨੀ ਹੈ। ਪਹਿਲੇ ਦਿਨ ਚਾਹ 'ਚ ਚੀਨੀ ਬੰਦ ਕਰਤੀ, ਚਾਹ ਪੀ ਲਈ, 3 ਮੀਲਸ ਕਰੀਆਂ, ਉਹਦੇ ਨਾਲੇ ਚਾਹ ਪੀ ਲਈਆਂ 2 ਵਾਰੀ, ਹੈ ਨਾ। ਫਿਰ ਇੱਕ ਸਟੇਜ ਆਉਣੀ ਹੈ ਜਿੱਥੇ ਸ਼ਾਮ ਵਾਲੀ ਮੀਲ ਹਲਕੀ ਕਰ ਦੇਣੀ ਹੈ, ਇਹਨੂੰ ਅਸੀਂ 2.5 ਮੀਲ ਕਹਿੰਦੇ ਹਾਂ। ਫਿਰ ਇੱਕ ਸਟੇਜ ਆਉਂਦੀ, ਬੰਦਾ ਕਹਿੰਦਾ ਭੁੱਖੇ ਮਰ ਗਈ, ਫਿਰ ਅਸੀਂ ਬ੍ਰੇਕਫਾਸਟ ਲੇਟ ਕਰ ਦਿੰਦੇ ਹਾਂ। 9 ਵਜੇ ਕਿਸੇ ਨੂੰ ਭੁੱਖ ਨਹੀਂ ਲੱਗਦੀ, ਆਦਤ ਹੈ। ਬ੍ਰੇਕਫਾਸਟ 11 ਵਜੇ, ਦੂਜੀ ਮੀਲ 6-7 ਵਜੇ। ਦੇਖੋ ਸਿਆਣੇ ਪਹਿਲਾਂ ਸੂਰਜ ਛਿਪਣ ਤੋਂ ਪਹਿਲਾਂ ਖਾਣਾ ਖਾਂਦੇ ਸੀ, ਡਾਈਜੈਸ਼ਨ ਦਾ ਇੱਕ ਸਿਸਟਮ ਹੈ, ਰੈਸਟ ਐਂਡ ਡਾਈਜੈਸਟ ਚੱਲਣ ਦਾ ਇੱਕ ਸਿਸਟਮ ਹੈ, ਉਹ ਉਸ ਟਾਈਮ ਚਲਾਉਣਾ ਹੈ। ਤਾਂ ਉਹ ਇੱਕ ਅੱਛੀ ਆਦਤ ਬਣ ਜਾਂਦੀ ਹੈ। ਬੰਦਾ ਇੱਕ ਵਾਰੀ 11 ਵਜੇ, ਇੱਕ ਵਾਰੀ 6 ਵਜੇ। ਫਿਰ ਇੱਕ ਸਟੇਜ ਆਉਂਦੀ ਹੈ ਅਗਲੀ ਸਟੇਜ 'ਤੇ, ਜਿੱਥੇ ਅਸੀਂ 1.5 ਮੀਲ ਕਹਿੰਦੇ ਹਾਂ। ਉਹ 6 ਵਾਲੀ ਮੀਲ 'ਚ ਭੁੱਖ ਮਰ ਜਾਂਦੀ ਹੈ। ਪਹਿਲੀ ਮੀਲ 12, ਦੂਜੀ ਥੋੜ੍ਹੀ ਜਿਹੀ ਮੀਲ 6 ਵਜੇ। ਮਗਰ ਇਹ ਸਟੇਜ ਤਾਜ਼ਾ ਆਉਂਦੀ ਹੈ ਜੇ ਭੁੱਖ ਮਰਨੀ ਹੈ, ਧੱਕਾ ਨਹੀਂ, ਫੂਡ ਸਹੀ ਕਰੋਗੇ ਇਹ ਸਟੇਜ ਆ ਜਾਏਗੀ। ਫਿਰ ਇੱਕ ਸਟੇਜ ਆਉਂਦੀ ਹੈ, ਉਹ ਮੀਲ ਦੀ ਲੋੜ ਘੱਟ ਜਾਂਦੀ ਹੈ। 3 ਘੰਟੇ ਦੇ ਵਿੱਚ ਬੰਦਾ ਇੱਕ ਵਾਰੀ ਖਾਣਾ ਖਾਂਦਾ, ਉਹਨੂੰ 1 ਮੀਲ ਇਹ ਕਹਿੰਦੇ, ਮਗਰ 3 ਘੰਟੇ 'ਚ 12 ਤੋਂ 3, 2 ਤੋਂ 5 ਉਹਦੇ ਵਿੱਚ ਖਾਣਾ ਖਾ ਸਕਦਾ, ਮਗਰ 2 ਤੋਂ ਪਹਿਲਾਂ ਨਹੀਂ, 5 ਤੋਂ ਬਾਅਦ ਨਹੀਂ। ਇਹ ਬਹੁਤ ਵਧੀਆ ਸਟੇਜ ਹੈ, ਕਿਉਂਕਿ ਇਨਸੂਲਿਨ ਬਣੇਗਾ ਇੱਕ ਵਾਰੀ 3 ਘੰਟੇ ਲਈ, ਖਤਮ ਗੱਲ। ਫਿਰ ਉਸ ਤੋਂ ਅਗਲੀ ਸਟੇਜ ਹੈ 1 ਮੀਲ ਅ ਡੇ, ਜਿਸ 'ਚ ਬੰਦਾ ਸਿਰਫ ਇੱਕ ਵਾਰੀ ਅੱਧਾ ਪੌਣੇ ਘੰਟੇ 'ਚ ਖਾਣਾ ਖਤਮ। ਇਹ ਸਟੇਜ ਲਿਆਉਣ ਦੇ 1.25 ਮਹੀਨਾ ਲੱਗਦਾ ਮੈਨੂੰ। ਕਈ ਕੇਸ ਬਹੁਤ ਤੇਜ਼ ਹੁੰਦੇ ਨੇ, ਕਈਆਂ ਦੀ ਇਨਸੂਲਿਨ ਬੁਰਾ ਹਾਲ ਹੁੰਦਾ ਹੈ। 1.25 ਮਹੀਨੇ 'ਚ ਬੰਦੇ ਨੂੰ ਅਸੀਂ 1 ਮੀਲ ਅ ਡੇ 'ਤੇ ਲੈ ਆਉਂਦੇ ਹਾਂ, ਡਿਪੈਂਡਿੰਗ ਅਪਾਨ ਉਹ ਪ੍ਰੋਬਲਮ ਕੀ ਸੋਲਵ ਕਰਨਾ ਚਾਹੁੰਦਾ। ਕਈਆਂ ਨੂੰ ਲੋੜ ਨਹੀਂ ਪੈਂਦੀ, ਹਰ ਇੱਕ ਲਈ ਨਹੀਂ ਹੈ, ਆਪਾਂ ਗੱਲ ਫਾਸਟਿੰਗ ਦੀ ਕਰ ਰਹੇ ਹਾਂ। ਇਹ ਮਿਰੇਕਲ ਸਟੇਜ ਹੈ ਜੀ। ਕਿਉਂ? ਕਿਉਂਕਿ 1 ਮੀਲ 'ਤੇ 8 ਘੰਟੇ ਬਾਅਦ ਤੁਹਾਡੀ ਬੋਡੀ ਬਿਲਕੁਲ ਨਵੇਂ ਤਰੀਕੇ ਨਾਲ ਜਨਰੇਟ ਹੋ ਜਾਂਦੀ ਹੈ। ਉਹਦੇ ਨਾਲ ਆਪਾਂ ਜਿਹੜੇ ਸਬਜ਼ੀਆਂ ਦੇ ਜੂਸ ਦੀ ਗੱਲ ਕਰ ਰਹੇ ਸੀ, ਉਹ ਕਿੱਦਾਂ? ਫਿਰ ਸਬਜ਼ੀਆਂ ਦੇ ਜੂਸ ਹੈ ਕਿ ਕਿਆ ਹੁੰਦਾ, ਹੁਣ ਨਵਾਂ ਬੰਦਾ ਹੈ, ਫਾਸਟਿੰਗ ਨਹੀਂ ਕਰ ਪਾ ਰਿਹਾ, ਉਹਦੀ ਬੋਡੀ ਨੂੰ ਕੁਛ ਚਾਹੀਦਾ, ਤਾਂ ਉਹ ਕੀ ਕਹਿੰਦਾ, ਜਿਵੇਂ 3 ਮੀਲਾਂ ਕਰੀਆਂ, 2 ਵਾਰੀ ਵਿੱਚ ਨੂੰ ਉਹਨੇ ਸਬਜ਼ੀਆਂ ਜੂਸ ਪੀ ਲਿਆ, ਸਰੀਰ ਨੂੰ ਕੁਛ ਮਿਲ ਗਿਆ, ਮਗਰ ਇਨਸੂਲਿਨ ਨਹੀਂ ਬਣਿਆ। ਫਿਰ 2 ਮੀਲਸ 'ਤੇ ਆ ਗਿਆ ਅਤੇ 2 ਵਾਰੀ ਜੂਸ ਪੀ ਲੈਂਦਾ, ਫਿਰ 2 ਵਾਰੀ ਜੂਸ ਪੀਂਦਾ, 1 ਵਾਰੀ ਖਾ ਲੈਂਦਾ। ਉਹਦੇ ਨਾਲ ਕਿਹਾ ਹੈ ਕਿ ਬੰਦੇ ਨੂੰ ਐਂ ਨਹੀਂ ਲੱਗਦਾ ਕਿ ਮੇਰੀ ਬੋਡੀ ਦੀ ਐਨਰਜੀ ਡਾਊਨ ਹੋ ਗਈ ਜਾਂ ਚੱਕਰ ਆ ਰਿਹਾ, ਉਹ ਤਰੀਕਾ ਹੈਗਾ। ਅਤੇ ਜਿਹੜਾ ਸਬਜ਼ੀਆਂ ਦਾ ਜੂਸ ਪੀਣਾ, ਉਹ ਕਿਹੜੀ ਦਾ ਪੀਣਾ? ਘੀਏ ਦਾ ਪੀਣਾ, ਤੋਰੀ ਦਾ ਪੀਣਾ, ਕਿਹੜਾ ਜੂਸ ਪੀਣਾ ਹੈ? ਸਰ ਕੋਈ ਵੀ ਗ੍ਰੀਨ ਸਬਜ਼ੀ ਲੈ ਕੇ ਉਹਨੂੰ ਜੂਸ ਕਰ ਸਕਦੇ ਹੋ, ਉਹਨੂੰ ਜੂਸਿੰਗ ਕਹਿੰਦੇ ਆ। ਉਹਦੇ ਲਈ ਇੱਕ ਸਪੈਸ਼ਲ ਮਸ਼ੀਨ ਆਉਂਦੀ ਹੈ, ਜਿਵੇਂ ਗੰਨੇ ਦਾ ਜੂਸ ਨਹੀਂ ਕੱਢਦੇ, ਉਵੇਂ ਮਸ਼ੀਨ ਆਉਂਦੀ ਹੈ, ਇੱਕ ਸਪੈਸ਼ਲ ਆਉਂਦੀ ਹੈ, ਅਤੇ ਉਹ ਵੀ ਮਸ਼ੀਨ ਇਹੀ ਜਿਹੀ ਲੈਣੀ ਹੈ। ਸਲੋ ਸਰਕਲ, ਤੇਜ਼ ਸਰਕਲ ਵਾਲੀ ਕੀ ਕਰੇਗੀ? ਹਾਂ, ਕਿਉਂਕਿ ਜਿੰਨੀ ਤੇਜ਼ ਹੋਏਗੀ ਉਹ ਫ੍ਰਿਕਸ਼ਨ ਨਾਲ, ਗਰਮੀ ਨਾਲ ਜੂਸ ਮਰ ਜਾਏਗਾ। ਇਹਦਾ ਮਤਲਬ ਇਹ ਹੈ ਕਿ ਆਪਾਂ ਜੇਕਰ ਜੂਸ ਪੀਂਦੇ ਹੈਗਾ ਤਾਂ ਉਹ ਵੀ ਹੱਥ ਨਾਲ ਗੇੜੇ ਹੋਏ ਜੂਸ ਦਾ ਜ਼ਿਆਦਾ ਬੈਨੀਫਿਟ ਹੋਏਗਾ ਆਪਾਂ ਨੂੰ। ਹਾਂ, ਜਿੰਨਾ ਸਲੋ ਪ੍ਰੋਸੈਸ ਹੁੰਦਾ, ਸਲੋ ਚੱਕਰ ਹੋਣਗੇ, ਜਿੰਨੀ ਫ੍ਰਿਕਸ਼ਨ ਘੱਟ ਜਾਏਗੀ, ਉਹਨਾਂ ਤੱਤ ਬਚ ਜਾਏਗਾ। ਦੇਖੋ ਗਰਮੀ ਚੀਜ਼ਾਂ ਨੂੰ ਮਾਰਦੀ ਹੈ, ਗਰਮੈਸ਼, ਅਤੇ ਉਹ ਗਰਮੈਸ਼ ਅਗਰ ਉਹ ਬਹੁਤ ਤੇਜ਼ ਹੈ ਮਸ਼ੀਨ, ਅਤੇ ਉਹਨੂੰ ਕਾਫੀ ਪ੍ਰੈਸ਼ਰ ਹੈ ਅਤੇ ਤੇਜ਼ ਹੈ, ਉਹਦਾ ਵਿਟਾਮਿਨ ਅਤੇ ਮਿਨਰਲ ਮਰ ਜਾਂਦਾ। ਹਾਂਜੀ, ਕਿਆ ਬਾਤ ਹੈ, ਬਹੁਤ ਸ਼ਾਨਦਾਰ ਜਾਣਕਾਰੀ ਦਿੱਤੀ ਹੈ ਜੀ। ਮੈਨੂੰ ਲੱਗਦਾ ਬਹੁਤ ਸਾਰੇ ਲੋਕਾਂ ਨੇ ਇਹ ਚੀਜ਼ ਨੂੰ ਫੋਲੋ ਕਰਨ ਦਾ ਵੀ ਜਿਹੜਾ ਤਹਈਆ ਕਰ ਲਿਆ ਹੋਣਾ। ਆਪਸ ਵਿੱਚ ਗੱਲਾਂ ਵੀ ਚੱਲ ਰਹੀਆਂ ਨੇ ਵੀ ਇੱਦਾਂ ਠੀਕ ਹੈਗਾ ਜਾਂ ਕਿੱਦਾਂ ਹੈਗਾ, ਅਤੇ ਪਰ ਤੁਹਾਨੂੰ ਲੱਭਣਗੇ ਜ਼ਰੂਰ। ਥੋੜ੍ਹਾ ਨੰਬਰ ਵੀ ਬੋਲ ਦਿਓ। ਮੇਰਾ ਨੰਬਰ ਹੈ ਜੀ 9888475000, 9884 75000, ਅਤੇ ਇਹੀ ਨੰਬਰ ਮੇਰਾ ਵਟਸਐਪ 'ਤੇ ਹੈ। ਅਤੇ ਮੈਂ ਪਰਸਨਲੀ, ਜਿਵੇਂ ਤੁਹਾਨੂੰ ਦੱਸਿਆ, ਹਰ ਵਾਰੀ ਆਪ ਕਾਲ ਅਟੈਂਡ ਕਰਦਾ, ਆਪ ਕਾਲ ਬੈਕ ਕਰਦਾ, ਅਤੇ ਮੈਸੇਜ ਦਾ ਜਵਾਬ ਦਿੰਦਾ ਮੈਂ। ਬਹੁਤ ਧੰਨਵਾਦ ਜੀ। ਤੁਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਜੋ ਵਾਅਦਾ ਕੀਤਾ ਦਰਸ਼ਕਾਂ ਦੇ ਨਾਲ, ਵੀ ਆਪ ਜਵਾਬ ਦਿੰਦਾ ਅਤੇ ਜਲਦੀ ਜਵਾਬ ਦਿੰਦਾ, ਇਹ 'ਤੇ ਖਰੇ ਉਤਰੋ ਜੀ। ਥੈਂਕ ਯੂ ਜੀ। ਸੋ ਸਨ ਰਵਿੰਦਰ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਡਾਈਟਿੰਗ ਕੀ ਹੁੰਦੀ ਹੈ, ਫਾਸਟਿੰਗ ਕੀ ਹੁੰਦੀ ਹੈ, ਫਾਸਟਿੰਗ ਯਾਨੀ ਵਰਤ, ਫਾਸਟਿੰਗ ਕੀ ਹੁੰਦੀ ਹੈ, ਅਤੇ ਜਿਹੜੇ ਆਪਾਂ ਨੂੰ ਭੁੱਖਾ ਰਹਿਣਾ ਕੀ ਹੁੰਦਾ, ਤਿੰਨਾਂ ਦੇ ਵਿੱਚ ਫ਼ਰਕ ਕੀ ਹੈ, ਤਿੰਨੋਂ ਜਿਹੜੀਆਂ ਉਹ ਕਿਸ ਕਿਸ ਤਰੀਕੇ ਨਾਲ ਸਰੀਰ ਦੇ ਉੱਤੇ ਪ੍ਰਭਾਵ ਪਾਉਂਦੇ ਨੇ,
ਕਿਸ ਤਰ੍ਹਾਂ ਕਿਹੜੇ ਤਰੀਕੇ ਦੇ ਨਾਲ ਫਾਸਟਿੰਗ ਦੇ ਨਾਲ ਵਰਤ ਰੱਖਣ ਦੇ ਨਾਲ ਆਪਾਂ ਜਿਹੜਾ ਉਹ ਸਰੀਰ ਨੂੰ ਠੀਕ ਕਰ ਸਕਦਾ। ਇੱਕ ਚੀਜ਼ ਮੈਂ ਭੁੱਲ ਗਿਆ ਕਿ ਇਕੱਲੇ ਗਰਮ ਪਾਣੀ ਦਾ ਵੀ ਵਰਤ ਰੱਖਿਆ ਜਾ ਸਕਦਾ ਹੁੰਦਾ। ਮੈਂ ਬਹੁਤ ਸਾਰੇ ਜਿਹੜੇ ਉਹਨਾਂ ਦੇ ਧਰਮਾਂ ਦੇ ਵਿੱਚ ਵੀ ਸੁਣਿਆ ਹੋਇਆ ਚੀਜ਼। ਇਕੱਲਾ ਪਾਣੀ ਬੋਡੀ 'ਚੋਂ ਇਲੈਕਟ੍ਰੋਲਾਈਟਸ ਅਤੇ ਮਿਨਰਲਸ ਕੱਢ ਦਿੰਦਾ, ਇਕੱਲਾ ਪਾਣੀ ਨਹੀਂ। ਸੋ ਉਹਦੇ 'ਚ ਹਮੇਸ਼ਾ ਨਮਕ ਹੁੰਦਾ ਜੀ, ਕਿਉਂਕਿ ਦੇਖੋ ਜਦ ਤੁਸੀਂ ਖਾ ਕੁਛ ਰਹੇ ਨਹੀਂ, ਕੋਈ ਇਲੈਕਟ੍ਰੋਲਾਈਟ ਨਹੀਂ ਗਿਆ, ਪਾਣੀ ਪੀਤਾ, ਉਹਨੇ ਨਮਕ 'ਚ ਸਾਰੇ ਐਬਜ਼ੋਰਬ ਕਰਕੇ ਨਿਕਲ ਜਾਣੇ ਹੈ। ਇਕੱਲਾ ਫਾਸਟ ਉਹਦੇ ਨਾਲ ਨਹੀਂ ਕਰੀਦਾ, ਇਕੱਲਾ ਫੋਕਾ ਪਾਣੀ ਨਹੀਂ, ਉਹਦੇ 'ਚ ਇਲੈਕਟ੍ਰੋਲਾਈਟਸ ਪਾਣੇ। ਇਲੈਕਟ੍ਰੋਲਾਈਟਸ ਕੀ ਹੈ? ਸੇਂਦਾ ਨਮਕ, ਉਹ ਅਲਾਊਡ ਹੈ। ਠੀਕ ਹੈ, ਬਹੁਤ ਧੰਨਵਾਦ। ਸੋ ਤੁਸੀਂ ਦੇਖ ਸਕਦੇ ਹੋ ਵੀ ਕਿ ਇੱਕ ਜਾਣਕਾਰੀ ਰਹਿ ਗਈ ਸੀ, ਮੈਂ ਉਹ ਵੀ ਤੁਹਾਡੇ ਤੱਕ ਪਹੁੰਚਾ ਦਿੱਤੀ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਫਾਸਟਿੰਗ ਜਿਹੜੀ ਆ ਉਹ ਇੱਕ ਵੱਡਾ ਹਥਿਆਰ ਬਣ ਕੇ ਸਾਹਮਣੇ ਆਉਂਦੀ ਹੈ। ਸਾਡੇ ਸਰੀਰ ਦੇ ਵਿੱਚੋਂ ਅਲੱਗ-ਅਲੱਗ ਬਿਮਾਰੀਆਂ ਬਿਨਾਂ ਦਵਾਈ ਦੇ ਉੱਤੋਂ ਅਸੀਂ ਸਿਰਫ ਇੱਕ ਫਾਸਟਿੰਗ ਦੇ ਨਾਲ ਹੀ ਕਿਹੜੇ ਤਰੀਕੇ ਦੇ ਨਾਲ ਫਾਸਟਿੰਗ ਕਰਨੀ ਹੈ ਵੀ ਦੱਸਦਾ। ਫਾਸਟਿੰਗ ਦੇ ਨਾਲ ਹੀ ਜਿਹੜਾ ਉਹ ਅਸੀਂ ਆਪਣੇ ਸਰੀਰ ਦੇ ਵਿੱਚੋਂ ਬਿਮਾਰੀਆਂ ਬਾਹਰ ਕੱਢ ਸਕਦੇ ਹਾਂ। ਅਤੇ ਜਦੋਂ ਇਹ ਫਾਸਟਿੰਗ ਜਿਹੜੀ ਅੱਗੇ ਕੰਮ ਕਰਨ ਲੱਗ ਪੈਂਦੀ ਹੈ, ਬਿਮਾਰੀਆਂ ਸਰੀਰ 'ਚੋਂ ਨਿਕਲਣ ਲੱਗ ਪੈਂਦੀਆਂ ਨੇ, ਸਰੀਰ ਦੇ ਵਿੱਚੋਂ ਐਨਰਜੀ ਜਿਹੜੀ ਆ ਉਹ ਵਧਣੀ ਸ਼ੁਰੂ ਹੋ ਜਾਂਦੀ ਹੈ, ਤਾਂ ਫਿਰ ਕੋਈ ਕਾਰਨ ਨਹੀਂ ਰਹਿ ਜਾਂਦਾ ਕਿ ਬੰਦਾ ਜਿਹੜਾ ਉਹ ਆਪਣੀ ਤੰਦਰੁਸਤੀ ਜਿਹੜੀ ਗਵਾਚ ਗਈ ਹੁੰਦੀ ਆ ਉਹ ਮੁੜ ਦੁਬਾਰਾ ਨਾ ਹਾਸਲ ਹੋਏ। ਸੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਮੈਨੂੰ ਇੱਕ ਰਿਕੁਐਸਟ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਫੈਲਾ ਦਿਓ, ਵੱਧ ਤੋਂ ਵੱਧ ਜਿਹੜਾ ਇਸ ਨੂੰ ਸ਼ੇਅਰ ਕਰ ਦਿਓ, ਕਿਉਂਕਿ ਇਹ ਉਹ ਚੀਜ਼ ਹੈ ਜਿਹੜੀ ਕਿ ਬਿਨਾਂ ਪੈਸੇ ਤੋਂ ਲੋਕਾਂ ਨੂੰ ਜਿਹੜਾ ਇਲਾਜ ਕਰਨਾ ਸਿਖਾ ਰਹੀ ਹੈ। ਅਤੇ ਇੱਕ ਆਪਾਂ ਲੰਗਰ ਲਗਾਉਂਦੇ ਹਾਂ, ਆਪਾਂ ਦਾਨ ਪੁੰਨ ਕਰਦੇ ਹਾਂ, ਇਹ ਸਭ ਤੋਂ ਵੱਡਾ ਦਾਨ ਪੁੰਨ ਹੋਏਗਾ, ਸਭ ਤੋਂ ਵੱਡਾ ਲੰਗਰ ਹੋਏਗਾ ਜੇ ਆਪਾਂ ਕਿਸੇ ਨੂੰ ਇਹ ਵੀਡੀਓ ਭੇਜ ਕੇ ਉਸ ਨੂੰ ਜਾਣਕਾਰੀ ਪਹੁੰਚਾਉਂਦੇ ਹੋ ਅਤੇ ਉਹ ਘਰ ਬੈਠਾ ਹੀ ਬਿਨਾਂ ਪੈਸੇ ਤੋਂ, ਬਿਨਾਂ ਕਿਸੇ ਤਕਲੀਫ ਤੋਂ ਠੀਕ ਹੁੰਦਾ। ਤਾਂ ਇਸ ਤੋਂ ਵੱਡਾ ਜਿਹੜਾ ਪੁੰਨ ਵੀ ਕੋਈ ਨਹੀਂ, ਇਸ ਤੋਂ ਵੱਡਾ ਲੰਗਰ ਵੀ ਕੋਈ ਨਹੀਂ ਹੈਗਾ। ਅਤੇ ਜੇਕਰ ਇੱਕ ਵਿਅਕਤੀ ਵੀ ਅਜਿਹਾ ਕਰਨ ਤੋਂ ਬਾਅਦ ਉਹ ਇਸ ਨਾਲ ਠੀਕ ਹੋ ਜਾਂਦਾ ਤਾਂ ਅਸੀਂ ਸਮਝਾਂਗੇ ਕਿ ਸਾਡੀ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਆਪਣੀ ਇਹ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।